ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਤੋਂ ਕਿਸਾਨ ਸੰਘਰਸ਼ ਜਿਹੜਾ ਹੈ ਇਹਦੀ ਸ਼ੁਰੂਆਤ ਹੋਈ ਹੈ, ਅਸੀਂ ਲਗਾਤਾਰਤਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਾਂ TV84 ਦੇ ਪਲੇਟਫਾਰਮ ਰਾਹੀਂ ਅਵੇਅਰਨੈਸ ਜਿਹੜੀ ਆ ਉਹ ਜਿੰਨਾ ਬਣਦਾ ਸਰਦਾ ਯੋਗਦਾਨ ਅਸੀਂ ਪਾ ਸਕਦੇ ਹਾਂ ਅਸੀਂ ਪਾਇਆ। ਪਰ ਇੱਕ ਚੀਜ਼ ਇੱਥੇ ਜ਼ਰੂਰ ਜਿਹੜੀ ਹੈ ਦੇਖਣੀ ਬਣਦੀ ਹੈ, ਵਾਚਣੀ ਬਣਦੀ ਹੈ ਕਿ ਜਿਹੜਾ ਡਾਇਸਪੋਰਾ ਹੈ ਉਹਦੀਆਂ ਨਜ਼ਰਾਂ ਵੀ, ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਪਿੱਛੇ ਜੁੜੀਆਂ ਹੋਈਆਂ ਨੇ ਕਿ ਸੰਘਰਸ਼ ਦੇ ਵਿੱਚ ਬਣਦਾ ਸਰਦਾ ਯੋਗਦਾਨ ਜਿਵੇਂ ਵੀ ਪਾਇਆ ਜਾ ਸਕੇ ਉਹ ਪਾਉਣਾ ਚਾਹੀਦਾ। ਅਜਿਹੀਆਂ ਬਹੁਤਾਤ ਐਗਜ਼ਾਮਪਲਸ ਸਾਡੇ ਸਾਹਮਣੇ ਮੌਜੂਦ ਨੇ ਜਾਂ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ। ਜਿਹੜੇ ਲੋਕ, ਜਿਹੜੇ ਪਰਿਵਾਰ ਇੱਥੇ ਅਮਰੀਕਾ, ਕੈਨੇਡਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਵਸਦੇ ਸੀ ਤੇ ਉਹਨਾਂ ਦੇ ਮਨਾਂ ਦੇ ਅੰਦਰ ਅਜਿਹੀ ਆਵਾਜ਼ ਉੱਠੀ ਇਸ ਸਾਰੇ ਸੰਘਰਸ਼ ਦੇ ਦੌਰਾਨ, ਜਦੋਂ ਮਤਲਬ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾਡੀਆਂ ਜ਼ਮੀਨਾਂ ਜਾ ਰਹੀਆਂ ਨੇ, ਸਰਕਾਰ ਸਾਡੇ ਨਾਲ, ਸਾਡੀ ਕਮਿਊਨਿਟੀ ਦੇ ਨਾਲ ਕਿਸ ਲੈਵਲ 'ਤੇ ਜਾ ਕੇ ਤਸ਼ੱਦਦ ਕਰ ਰਹੀ ਹੈ ਤੇ ਕਰਨ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸੋ ਉਹਨਾਂ ਨੇ ਆਪਣੇ ਇੱਥੇ ਕੰਮਕਾਰ ਵੀ ਛੱਡ ਕੇ ਜਾਣਾ, ਪੰਜਾਬ ਦੇ ਵਿੱਚ ਜਾਂ ਦਿੱਲੀ ਬਾਰਡਰ ਦੇ ਉੱਤੇ ਜਾਣਾ ਜ਼ਰੂਰੀ ਸਮਝਿਆ ਕਿ ਅਸੀਂ ਉੱਥੇ ਜਾਈਏ ਤੇ ਅਸੀਂ ਉੱਥੇ ਜਾ ਕੇ ਗਰਾਊਂਡ ਦੇ ਉੱਤੇ ਅਸੀਂ ਕੰਮ ਕਰੀਏ। ਉਹਦੇ ਵਿੱਚ ਹਿਊਮੈਨਿਟੇਰੀਅਨ ਫੀਲਡ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਇੱਕ ਐਕਟਿਵਿਸਟ ਹੋਣ ਦੇ ਨਾਤੇ ਬਹੁਤ ਸ਼ਖਸੀਅਤਾਂ ਦੇ ਨਾਮ ਆਉਂਦੇ ਨੇ। ਇੱਥੋਂ ਕੈਲੀਫੋਰਨੀਆ ਤੋਂ ਡਾਕਟਰ ਸਵੈਮਾਨ ਸਿੰਘ ਜਿਨ੍ਹਾਂ ਦਾ ਜ਼ਿਕਰ ਆਉਂਦਾ। ਸੋ ਬਹੁਤਾਤ ਐਗਜ਼ਾਮਪਲਸ ਨੇ, ਸਟੂਡੈਂਟਸ ਇੱਦਾਂ ਦੇ ਬਹੁਤ ਨੇ, ਮਤਲਬ ਅੱਜ ਦੀ ਨੌਜਵਾਨ ਪੀੜ੍ਹੀ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਪੰਜਾਬ ਦੇ ਨਾਲ, ਪੰਜਾਬ ਦੇ ਇਸ਼ੂਜ਼ ਦੇ ਨਾਲ ਜਾਂ ਇਹ ਕਹਿ ਲਓ ਵੀ ਸਾਡੇ ਇਤਿਹਾਸ ਦੇ ਨਾਲ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਹੀ ਨਹੀਂ ਸੀ, ਅੱਜ ਉਹ ਗੱਲਾਂ ਕਰ ਰਹੇ ਆ ਵੀ ਨਹੀਂ ਇਹ ਜ਼ਮੀਨ ਸਾਡੀ ਹੈ, ਅਸੀਂ ਇਹਦੇ 'ਤੇ ਆਪਣਾ ਹੱਕ ਜਤਾ ਰਹੇ ਨੇ। ਉਹ ਅੱਜ ਮਤਲਬ ਛੋਟੇ ਛੋਟੇ ਬੱਚੇ ਇੱਦਾਂ ਦੇ ਨਜ਼ਰ ਆ ਰਹੇ ਨੇ ਜਿਹੜੇ ਆਪਣੇ ਮਾਪਿਓ ਨੂੰ ਕਹਿੰਦੇ ਆ ਵੀ ਅਸੀਂ ਭਾਵੇਂ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਹਾਂ ਪਰ ਜਿਹੜੀ ਸਾਡੀ ਜ਼ਮੀਨ ਹੈ ਪਿੱਛੇ ਉਹ ਵੇਚਣੀ ਨਹੀਂ ਹੈਗੀ, ਉਹ ਜ਼ਮੀਨ ਸਾਡੀ ਹੈ। ਇਹ ਹਾਲਾਤ ਅੱਜ ਅਸੀਂ ਇੱਥੇ ਦੇਖ ਰਹੇ ਹਾਂ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਅਜਿਹੀ ਹੀ ਇੱਕ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਇੱਥੇ ਆਪਣਾ ਸਾਰਾ ਜਿਹੜਾ ਉਹਨਾਂ ਦਾ ਜੌਬ ਵਾਲਾ ਪਾਰਟ ਸੀ ਉਹ ਛੱਡ ਕੇ ਉਹ ਪਿੱਛੇ ਗਏ, ਪਿੱਛੇ ਜਾ ਕੇ ਆਪਣਾ ਜਿਹੜਾ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਉੱਥੇ ਜਾ ਕੇ ਸੰਘਰਸ਼ ਦੇ ਨਾਲ ਜੁੜੇ, ਗਰਾਊਂਡ ਲੈਵਲ ਦੇ ਉੱਤੇ ਜਾ ਕੇ ਕੰਮ ਕੀਤਾ, ਹੁਣ ਵਾਪਸ ਅਮਰੀਕਾ ਆਏ ਆ। ਸੋ ਇਹਨਾਂ ਦੇ ਨਾਲ ਸਾਡੇ ਨਾਲ ਮੇਰੀ ਕਰਨਵੀਰ ਸਿੰਘ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਇਹਨਾਂ ਦੀ ਕਹਿ ਲਓ ਜ਼ਿੰਦਗੀ ਦਾ ਸਫ਼ਰ ਵੀ ਤੇ ਨਾਲ ਹੀ ਨਾਲ ਪਿੱਛੇ ਜਾਣ ਦਾ ਜਿਹੜਾ ਸਾਰਾ ਸਫ਼ਰ ਸੀ ਕਿਵੇਂ ਦਾ ਰਿਹਾ ਉਹ ਅੱਜ ਇਹਨਾਂ ਦੀ ਹੀ ਜ਼ੁਬਾਨੀ ਆਓ ਸੁਣਦੇ ਹਾਂ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ ਫਤਿਹ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਅਮਰਵੀਰ ਭਾਜੀ। ਤੇ ਮੈਂ ਤੁਹਾਨੂੰ ਤੇ ਤੁਹਾਡੀ ਟੀਮ ਪਲੇਜ਼ਰ ਭਾਜੀ। ਤੁਸੀਂ ਜਿਵੇਂ ਮਤਲਬ ਜਦੋਂ ਤੁਹਾਡਾ ਪਤਾ ਲੱਗਾ ਵੀ ਇਸ ਲੈਵਲ ਤੇ ਜਾ ਕੇ ਜਦੋਂ ਬੰਦੇ ਮਹਿਸੂਸ ਕਰਦੇ ਆ, ਇੱਕ ਤਾਂਘ ਉੱਠਦੀ ਹੈ ਅੰਦਰੋਂ ਕਿ ਨਹੀਂ ਯਾਰ ਮੈਨੂੰ ਤੇ ਜੌਬ ਦੀ ਵੀ ਪਰਵਾਹ ਨਹੀਂ, ਕੰਮਕਾਰ ਦੀ ਵੀ ਪਰਵਾਹ ਨਹੀਂ, ਮੈਂ ਪਿੱਛੇ ਜਾ ਕੇ ਕਹਿ ਲਓ ਸੇਵਾ ਕਰਨੀ ਹੈ ਜਾਂ ਐਕਟਿਵਿਸਟ ਦੇ ਰੂਪ ਦੇ ਵਿੱਚ। ਸੋ ਉੱਥੋਂ ਹੀ ਗੱਲ ਸ਼ੁਰੂ ਕਰੀਏ। ਸ਼ੁਰੂਆਤ ਮਤਲਬ ਕਿਵੇਂ ਤੁਸੀਂ ਮਹਿਸੂਸ ਕਿਵੇਂ ਕੀਤਾ ਤੇ ਪਿੱਛੇ ਜਾਣ ਦਾ ਜਿਹੜਾ ਇਹ ਤੁਹਾਡਾ ਕਿਸਾਨੀ ਸੰਘਰਸ਼ ਨਾਲ ਜੁੜਨ ਦਾ ਜਿਹੜਾ ਸਫ਼ਰ ਹੈ ਉਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਹਾਂਜੀ ਹਾਂਜੀ, ਨਹੀਂ ਜਿਵੇਂ ਤੁਸੀਂ ਕਿਹਾ ਵੀ ਸਾਰਾ ਕੁਝ ਛੱਡ ਕੇ ਵਾਲੀ ਗੱਲ। ਸੋ ਭਗਤ ਸਿੰਘ ਕਹਿੰਦੇ ਸੀ ਜਿਵੇਂ ਵੀ ਜਿਹੜਾ ਤੁਸੀਂ ਜੇ ਤੁਸੀਂ ਸਾਰਾ ਕੁਝ ਛੱਡ ਕੇ ਇੱਕ ਚੀਜ਼ ਵਾਸਤੇ ਸਟੈਂਡ ਲੈ ਸਕਦੇ ਹੋ ਤਾਂ ਮਤਲਬ ਉਹ ਬੰਦਾ ਕੰਮ ਦਾ ਹੈਗਾ ਆਪਣੇ ਕੰਟਰੀ ਵਾਸਤੇ। ਸੇਮ ਚੀਜ਼ ਜਿਵੇਂ ਸੰਤਾਂ ਨੇ ਕਹੀ ਵੀ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ ਯਕੀਨਨ। ਮਤਲਬ ਜੇ ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਬਹੁਤ ਵੱਡੇ ਲੈਵਲ ਤੇ ਤੁਸੀਂ ਆਪਦੇ ਆਪ ਨੂੰ ਐਸਟੈਬਲਿਸ਼ ਕਰ ਲਿਆ ਐਜ਼ ਐਨ ਐਂਟਰਪ੍ਰੈਨਿਓਰ ਜਾਂ ਕੁਛ, ਪਰ ਤੁਹਾਡਾ ਜ਼ਮੀਰ ਮਰਿਆ ਹੋਇਆ ਹੈਗਾ ਤਾਂ ਫਿਰ ਤੁਸੀਂ ਮੇਰੇ ਹਿਸਾਬ ਨਾਲ ਦੇਸ਼ ਕੌਮ ਦੇ ਕੰਮ ਨਹੀਂ ਆ ਸਕਦੇ। ਸਪੈਸ਼ਲੀ ਅੱਜ ਦੇ ਟਾਈਮ ਵਿੱਚੋਂ ਜਿੱਥੋਂ ਆਪਣਾ ਕੰਟਰੀ ਨਿਕਲ ਰਿਹਾ ਹੈਗਾ, ਜਦੋਂ ਆਪਾਂ ਇੱਕ ਪੋਲੀਟੀਕਲ ਸਟੇਬਿਲਿਟੀ ਛੱਡ ਕੇ ਪੰਜਾਬ ਨੇ ਸਾਰਾ ਕੁਝ ਸਟੇਕ ਤੇ ਲਾ ਕੇ ਇਸ ਚੀਜ਼ ਵਿੱਚ ਆਪਾਂ ਆਲ ਇਨ ਆ। ਮਤਲਬ ਜੇ ਕੋਈ ਸਟੇਟ ਕਵੇ ਵੀ ਬਿਲਕੁਲ ਟੋਟਲ ਇਨ ਹੈ, ਉਹ ਪੰਜਾਬ ਹੈਗੀ ਵੀ ਸਾਰਾ ਕੁਝ ਆਦਾ ਸਟੇਕ ਤੇ ਹੈ। ਮਤਲਬ ਸਟੇਬਿਲਿਟੀ ਤੋਂ ਲੈ ਕੇ ਸਭ ਕੁਝ ਆਪਾਂ ਲਾ ਕੇ ਇਹਦੇ ਵਿੱਚ ਹੈਗੇ ਤੇ ਪੰਜਾਬ ਨੂੰ ਆਪਾਂ ਕਹਿ ਲਓ ਵੀ ਆਪਣੇ ਬੱਚੇ ਤੇ ਆਪਣੇ ਬਜ਼ੁਰਗ, ਆਪਣੇ ਮਤਲਬ ਪੀਪਲ ਆਫ ਪੰਜਾਬ ਮੇਕ ਪੰਜਾਬ ਰਾਈਟ। ਤੇ ਉਹ ਨਹੀਂ ਜ਼ਰੂਰੀ ਹੈਗਾ ਵੀ ਆਪਣੀ ਜ਼ਮੀਨਾਂ ਵੀ ਜਿਵੇਂ ਲੈਂਡ ਇਜ਼ ਦਾ ਓਨਲੀ ਥਿੰਗ ਵਰਥ ਡਾਈਂਗ ਫॉर। ਸੋ ਬਿਲਕੁਲ, ਤੇ ਕਹਿਣ ਤੋਂ ਭਾਵ ਵੀ ਹੁਣ ਗੱਲ ਹੈਗੀ ਹੈ ਜ਼ਮੀਰ ਤੇ ਜ਼ਮੀਨ ਦੀ। ਸੋ ਇਹ ਤਾਂ ਫਿਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਹਮੇਸ਼ਾ ਕਹਿਣਾ ਹੁੰਦਾ ਵੀ ਆਈ ਐਮ ਰੀਅਲੀ ਥੈਂਕਫੁਲ ਟੂ ZTV ਵੀ ਉਹਨਾਂ ਨੇ ਕਹਿ ਲਓ ਵੀ ਅੱਜ ਦੇ ਗੋਦੇ ਮੀਡੀਆ ਨੇ ਜੋ ਇਹ ਜਿਹੀਆਂ ਖਬਰਾਂ ਨਾ ਚਲਾਉਂਦੇ
ਜਿਹੜੀਆਂ ਨੈਰੇਟਿਵ ਬਿਲਡ ਕਰਦੀਆਂ ਨੇ ਸਰਕਾਰ ਦੇ ਹੱਥ ਦੇ ਵਿੱਚ, ਤੇ ਜਿਹੜਾ ਫੈਸਿਜ਼ਮ ਵਾਲਾ ਆਪਣਾ ਕੰਟਰੀ ਇੰਨੀ ਤੇਜ਼ੀ ਵੱਲ ਵਧ ਰਿਹਾ ਸੀਗਾ, ਦੇਖ ਤਾਂ ਆਪਾਂ ਸਾਰੇ ਰਹੇ ਸੀ, ਬਸ ਕਿਤੇ ਨਾ ਕਿਤੇ ਇਹ ਸੀਗਾ ਵੀ ਆਪਣਾ ਨੰਬਰ ਲੱਗਣ ਦੀ ਟਾਈਮ ਸੀਗਾ। ਜਿਹੜੇ ਹਜੇ ਵੀ ਦੇਖ ਰਹੇ ਨੇ, ਤੇ ਕਿਸਾਨ ਅੰਦੋਲਨ ਦਾ ਜਾਂ ਪਿਛਲੇ ਕਿਸੇ ਵੀ ਟਾਈਮ ਦੇ ਵਿੱਚ ਅੰਦੋਲਨ ਜੀਵੀ ਨਹੀਂ ਰਹਿ ਚੁੱਕੇ, ਜਿਹੜਾ ਨੇ ਹਜੇ ਤੱਕ ਕਿਸੇ ਵੀ ਚੀਜ਼ 'ਚ ਅੰਦੋਲਨ ਨਹੀਂ ਕੀਤਾ, ਸੋ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੈਗਾ ਵੀ ਉਹ ਯਹੂਦੀਆਂ ਦੀ ਉਹ ਪੋਇਮ ਜ਼ਰੂਰ ਪੜ੍ਹ ਲੈਣ, ਫਰਸਟ ਦੇ ਕੇਮ ਫॉर ਕਮਿਊਨਿਸਟ ਕਰਕੇ ਹੈਗਾ। ਫਿਰ ਜੋ ਤੁਹਾਡਾ ਨੰਬਰ ਲੱਗੂਗਾ, ਬਸ ਵੇਟ ਹੀ ਹੈ ਤੁਹਾਡੀ ਆਪਦੀ, ਤੁਸੀਂ ਵੇਟ ਕਰੋ ਤੁਹਾਡਾ ਨੰਬਰ ਕਦੋਂ ਲੱਗੂਗਾ, ਤੇ ਹੋ ਸਕਦਾ ਉਦੋਂ ਤੁਸੀਂ ਇਕੱਲੇ ਹੋ। ਸੋ ਕੋਸ਼ਿਸ਼ ਕਰੋ ਵੀ ਤੁਹਾਡਾ ਨੰਬਰ ਨਾ ਲੱਗੇ, ਤੇ ਦੁਆ ਕਰੋ ਜੇ ਨੰਬਰ ਲੱਗੇ ਤਾਂ ਇਕੱਲੇ ਨਾ ਹੋ। ਜਿਵੇਂ ਯੂਨਾਈਟਿਡ ਵੀ ਸਟੈਂਡ ਤੇ ਡਿਵਾਈਡਡ ਵੀ ਫਾਲ ਵਾਲੀ ਗੱਲ ਹੁੰਦੀ ਹੈ ਵੀ ਜਦੋਂ ਇੱਕ ਇੱਕ ਕਰਕੇ ਕੁੱਟਦੇ ਆ ਤੇ ਤੁਸੀਂ ਚੁੱਪ ਰਹਿੰਦੇ ਹੋ ਵੀ ਕੋਈ ਗੱਲ ਨਹੀਂ, ਮੈਨੂੰ ਕੀ ਫਰਕ ਪੈਂਦਾ, ਮੇਰੇ ਤੇ ਤਾਂ ਨਹੀਂ ਆਫਤ ਆਈ ਹੈਗੀ। ਪਰ ਜਦੋਂ ਸਾਰਿਆਂ ਤੋਂ ਬਾਅਦ ਤੁਹਾਡੀ ਵਾਰੀ ਆਉਂਦੀ ਹੈ ਤੇ ਤੁਹਾਡੇ ਵਾਸਤੇ ਬੋਲਣ ਲਈ ਨਹੀਂ ਕੋਈ ਖੜਾ ਹੁੰਦਾ ਹੈਗਾ ਉਸ ਮੌਕੇ ਦੇ ਉੱਤੇ। ਬਿਲਕੁਲ ਇਹ ਗੱਲ ਦਰੁਸਤ ਹੈ। ਪਰ ਤੁਹਾਡਾ ਸਫ਼ਰ ਦੀ ਗੱਲ ਕਰੀਏ, ਸੋ ਥੋੜਾ ਜਿਹਾ ਜੇ ਤੁਸੀਂ ਆਪਣੇ ਬਾਰੇ ਦੱਸ ਸਕੋ, ਤੁਹਾਡੀ ਇੱਥੇ ਅਮਰੀਕਾ ਦੇ ਵਿੱਚ ਲਾਈਫ ਤੇ ਫਿਰ ਤੁਹਾਡਾ ਪਿੱਛੇ ਜਾਣ ਦਾ, ਪੰਜਾਬ ਜਾਂ ਦਿੱਲੀ ਜਾਣ ਦਾ ਸਬਬ ਇਸ ਸੰਘਰਸ਼ ਦੇ ਵਿੱਚ ਕਿਵੇਂ ਬਣਿਆ? ਮੈਂ 8 ਸਾਲ ਪਹਿਲਾਂ ਕਰੀਬ ਆਇਆ ਸੀਗਾ ਜੀ ਉਰੇ। ਹੁਣ ਤਾਂ ਐਂ ਲੱਗਦਾ ਜਿਵੇਂ ਵੈਸੇ ਕੱਲ੍ਹ ਦੀ ਟਾਈਮ ਸੀਗਾ, ਬਟ ਕਿਉਂਕਿ ਮੈਮਰੀਜ਼ ਐਵੇਂ ਨੇ। ਮੈਂ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਪੜ੍ਹਾਈ ਕੀਤੀ, ਮਾਸਟਰਸ ਕੀਤੀ ਮੈਂ ਮੈਨੇਜਮੈਂਟ ਆਫ ਇਨਫੋਰਮੇਸ਼ਨ ਸਿਸਟਮਸ ਦੇ ਵਿੱਚ। ਉਸ ਦੌਰਾਨ ਮੈਂ ਪੂਰੇ ਵੱਡੀਆਂ ਫੋਰਚੂਨ 50 ਕੰਪਨੀਜ਼ ਵਾਸਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਐਟ ਵੇਰੀਅਸ ਲੋਕੇਸ਼ਨਸ ਥਰੂ ਆਊਟ ਅਮਰੀਕਾ। ਮੈਂ ਮਿਡਵੈਸਟ ਵੀ ਗਿਆ, ਵੈਸਟ ਕੋਸਟ ਵੀ ਸੀਗਾ, ਈਸਟ ਕੋਸਟ ਤੇ ਵੀ ਸੀਗਾ, ਤੇ ਐਕਸਪੀਰੀਅੰਸਿਸ ਬਹੁਤ ਵਧੀਆ ਸੀਗੇ। ਤੇ ਆਈ ਥਿੰਕ ਕਿਤੇ ਨਾ ਕਿਤੇ ਇਹ ਆਪਾਂ ਕਹਿ ਸਕਦੇ ਹਾਂ ਵੀ ਮੈਂ ਆਡੀਟਰ ਸੀਗਾ, ਜਿਵੇਂ ਇਨਫੋਰਮੇਸ਼ਨ ਸਿਸਟਮ ਆਡੀਟਰ, ਤੇ ਵੱਡੇ ਕੰਪਨੀਜ਼ ਦੇ ਵਿੱਚ ਆਡਿਟ ਕਰਨੇ, ਹੋਰ ਚੀਜ਼ਾਂ ਕਰਨੀਆਂ। ਤਾਂ ਮੈਂ ਕਹਿਣਾ ਹੁੰਦਾ ਵੀ ਜਿਵੇਂ ਮੈਨੂੰ ਤਿਆਰ ਹੀ ਕੀਤਾ ਗਿਆ ਸੀ ਇਸ ਚੀਜ਼ ਵਾਸਤੇ। ਤੇ ਇੰਡੀਪੈਂਡੈਂਸ ਮੇਰਾ ਕਹਿ ਲਓ ਵੀ ਸਭ ਤੋਂ ਵੱਡਾ ਵਰਚੂ ਸੀਗਾ, ਵੀ ਆਪਦੇ ਖਿਆਲਾਂ ਦੀ ਆਜ਼ਾਦੀ ਰੱਖਣਾ। ਚਾਹੇ ਤੁਹਾਨੂੰ CEO ਕਵੇ ਵੀ ਇਹ ਚੀਜ਼ ਦੇ ਵਿੱਚ ਆਡਿਟ ਰਿਪੋਰਟ ਤੇ ਨਹੀਂ ਹੋਣੀ ਚਾਹੀਦੀ, ਤਾਂ ਉਹ ਕਹਿੰਦਾ ਵੀ ਆਹ ਆਡਿਟਰ ਹੈਗਾ ਨੇ ਪਾਈ ਹੈ, ਤਾਂ ਤੁਸੀਂ ਉਦੋਂ ਵੀ ਅਸਤੀਫਾ ਤੁਹਾਡਾ ਤਿਆਰ ਹੀ ਹੁੰਦਾ ਸੀਗਾ। ਸੋ ਮੈਂ ਤਾਂ ਇਹ ਗੱਲ ਮੈਂ ਕਹਿਣਾ ਚਾਹੁੰਦਾ ਹੈਗਾ ਵੀ ਮੈਂ ਆਪਦੇ ਕੁਝ ਅਸੂਲਾਂ ਤੇ ਕੰਪਰੋਮਾਈਜ਼ ਨਹੀਂ ਕੀਤਾ ਕਈ ਵਾਰੀ ਜ਼ਿੰਦਗੀ ਦੇ ਵਿੱਚ। ਬਾਕੀ ਜਿਵੇਂ ਵੀ ਚੀਜ਼ਾਂ ਵਾਹਿਗੁਰੂ ਕਰ ਰਿਹਾ ਹੈਗਾ, ਆਈ ਥਿੰਕ ਉਹਨੇ ਹੀ ਰਸਤਾ ਦਿਖਾਇਆ ਜੀ ਇਹ ਸਾਰਾ। ਤਾਂ ਮੈਂ ਕੋਈ ਆਈ ਥਿੰਕ ਕਹਿੰਦੇ ਨਾ ਵੀ ਪੱਤਾ ਵੀ ਨਹੀਂ ਹਿਲਦਾ ਉਹਦੀ ਰਜ਼ਾ ਤੋਂ ਬਿਨਾਂ। ਸੋ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਜਿਹੜਾ ਕੁਝ ਹੋ ਰਿਹਾ। ਸੋ ਜੇ ਕੋਈ ਇਹ ਭੁਲੇਖਾ ਰੱਖਦਾ ਵੀ ਹੈਗਾ ਵੀ ਜੇ ਕੋਈ ਆਪਣਾ ਸਪੈਸ਼ਲੀ ਸਿੱਖ, ਵੀ ਜਿਵੇਂ ਆਪਾਂ ਕਹਿੰਦੇ ਆ ਵੀ ਹੋ ਸਭਨਾ ਦੀ ਰੇਣੂਕਾ ਫਿਰ ਆਓ ਹਮਾਰੇ ਪਾਸ, ਵੀ ਜੇ ਕੋਈ ਆਪਦੇ ਆਪ ਨੂੰ ਧੂਲ ਤੋਂ ਵੱਧ ਸਮਝਦਾ ਵੀ ਇਹ ਸਿੱਖ ਤੇ ਇਸ ਅੰਦੋਲਨ ਦਾ ਪਾਰਟ ਹੈ, ਹੋ ਸਕਦਾ ਉਹ ਨੁਕਸਾਨ ਪਹੁੰਚਾਵੇ ਆਪਦੇ ਆਪ ਨੂੰ ਵੀ ਤੇ ਅੰਦੋਲਨ ਨੂੰ। ਤੇ ਇਹ ਮਾਈਂਡਸੈਟ ਆਪਾਂ ਰੱਖੀਏ ਵੀ ਆਪਾਂ ਤਾਂ ਇਸ ਅੰਦੋਲਨ ਦਾ ਪਾਰਟ ਹੈਗਾ, ਤੇ ਵਾਹਿਗੁਰੂ ਆਪ ਹੀ ਨਿਭਾ ਰਿਹਾ ਹੈਗਾ ਸਭ ਕੁਝ, ਤੇ ਆਪਾਂ ਆਪਦੇ ਸੱਚ ਤਰੀਕੇ ਨਾਲ ਫੋਲੋ ਕਰੀਏ ਪਾਥ ਸਰਬੱਤ ਦੇ ਭਲੇ ਦਾ, ਤੇ ਆਪਣੇ ਮਨ ਦੇ ਵਿੱਚ ਉਹੀ ਹੋਣਾ ਚਾਹੀਦਾ। ਬਾਕੀ ਮੌਕਾ ਆਊਗਾ ਜਿਵੇਂ ਹੋਣਾ ਹੈਗਾ, ਉਹ ਸਭ ਕੁਝ ਹੋਣਾ ਹੀ ਹੈਗਾ। ਸੋ ਆਪਾਂ ਆਪਦਾ ਕੰਮ ਕਰਦੇ ਰਹੀਏ। ਜਿਵੇਂ ਤੁਸੀਂ ZTV ਦਾ ਜ਼ਿਕਰ ਕੀਤਾ, ਉਦੋਂ ਮਤਲਬ ਮਨ ਦੀ ਅੰਦਰ ਸਿਚੁਏਸ਼ਨ ਕਿਵੇਂ ਦੀ ਸੀਗੀ, ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਜਦੋਂ ਤੁਸੀਂ ਗਏ? ਦੇਖੋ ਜੀ, ਮੈਂ ਸ਼ੂਗਰ ਕੋਟ ਨਹੀਂ ਕਰੂੰਗਾ ਕਿਸੇ ਚੀਜ਼ ਨੂੰ, ਜਿਵੇਂ ਦਾ ਹੈਗਾ ਉਵੇਂ ਦੇ ਰੱਖੂੰਗਾ। ਮੇਰੇ ਮਨ ਦੇ ਵਿੱਚ ਮੈਨੂੰ ਸੁਪਨੇ ਆਉਂਦੇ ਸੀ ਜੀ ਰਾਤ ਨੂੰ। ਮੇਰੇ ਟਵਿਨ ਬ੍ਰਦਰ ਹੈਗੇ ਨੇ, ਮੇਰੇ ਘਰੇ ਸਾਰਿਆਂ ਨੇ ਜਿਵੇਂ ਮਤਲਬ ਦਾੜੀ ਕੇਸ ਸਿੱਖੀ ਸਰੂਪ ਦੇ ਵਿੱਚ ਨੇ ਸਾਰੇ ਆਪਣੀ ਫੈਮਿਲੀ ਦੇ ਵਿੱਚ। ਤੇ ਮੇਰੇ ਮਨ ਦੇ ਵਿੱਚ ਆਉਂਦਾ ਸੀਗਾ ਵੀ ਮੇਰੇ ਫਾਦਰ ਨੂੰ ਜਿਵੇਂ ਘਰੋਂ ਚੱਕ ਕੇ ਲੈ ਗਏ, ਜਿਵੇਂ ਮੇਰੇ ਟਵਿਨ ਬ੍ਰਦਰ ਹੈਗੇ ਨੇ, ਉਹਨਾਂ ਦੀ ਪੱਗ ਲਾ ਕੇ ਉਹਨਾਂ ਦੇ ਪਿੱਠ ਤੇ ਬੰਨੀ ਤੇ ਉਹਨਾਂ ਦੇ ਹੱਥ ਬੰਨੇ, ਤੇ ਉਹਨਾਂ ਨੂੰ ਹੋ ਸਕਦਾ ਗੋਲੀ ਮਾਰ ਕੇ ਨਹਿਰ 'ਚ ਵੀ ਸੁੱਟਿਆ ਜਾਵੇ। ਐਵੇਂ ਦੇ ਸੁਪਨੇ ਮੈਨੂੰ ਆਉਂਦੇ ਸੀਗੇ ਵੀ ਕਿਉਂਕਿ ਹੁਣ ਅੱਗੇ ਨਾ ਯੂਨੀਅਨ ਟੈਰੀਟਰੀਆਂ ਬਣਾਉਣੀਆਂ ਨੇ, ਨੈਰੇਟਿਵ ਬਿਲਡ ਹੈ ਪੰਜਾਬ ਵਾਸਤੇ ਸਾਰਾ, ਵੀ ਤੁਸੀਂ ਅਨਾਰਕਿਸਟ ਹੋ, ਤੁਸੀਂ ਐਂਟੀ ਨੈਸ਼ਨਲ ਹੋ, ਪੱਥਰਬਾਜ਼ ਹੋ। ਜਿਵੇਂ ਇਹਨਾਂ ਕਸ਼ਮੀਰ ਵਾਸਤੇ ਬਿਲਡ ਕੀਤਾ, ਉਹ ਸਾਰਾ ਕੁਝ ਆਪਣੇ ਵਾਸਤੇ ਬਿਲਡ ਅਪ ਹੈਗਾ ਆਲਰੇਡੀ, ਤੇ ਉਹਦੇ ਤੇ ਮੋਹਰ ਕਦੋਂ ਲੱਗਣੀ ਹੈ ਉਹ ਇਹਨਾਂ ਨੇ ਦੇਖਣਾ ਹੈ, ਮਿਲਟਰੀ ਕਦੋਂ ਵੜਨੀ ਉਹਨਾਂ ਨੇ ਦੇਖਣਾ। ਸੋ ਜ਼ੁਲਮ ਤਾਂ ਇਹਨਾਂ ਦੀ ਤਿਆਰੀ ਪੂਰੀ ਹੈਗੀ ਹੈ ਜੇ ਆਪਾਂ ਉੱਥੇ ਤੱਕ ਸੋਚੀਏ ਤਾਂ। ਮੈਂ ਸੋਚਦਾ ਸੀਗਾ ਵੀ ਐਵੇਂ, ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੇਰੇ ਦਾ ਨੀਂਦ ਨਹੀਂ ਸੀ ਆਉਂਦੀ। ਤੇ ਉਹ ਤੋਂ ਬਾਅਦ ਹੁਣ ਮੈਂ ਇੰਡੀਆ ਜਾ ਕੇ ਆਇਆ, ਤੇ ਹੁਣ ਮੈਨੂੰ ਕਾਫੀ ਚੀਜ਼ਾਂ ਕਰਕੇ ਸਕੂਨ ਵੀ ਹੈਗਾ ਵੀ ਆਪਣੇ ਕਹਿ ਲਓ ਵੀ ਜਿਵੇਂ ਪਹਿਲਾਂ ਦਾ ਟਾਈਮ ਸੀਗਾ ਵੀ ਅੰਗਰੇਜ਼ ਵੀ ਇਹ ਗੱਲ ਨੂੰ ਮੰਨਦੇ ਸੀਗੇ ਵੀ ਜੇ ਆਪਾਂ ਸਿੱਖਾਂ ਨੂੰ ਕੰਟਰੋਲ ਕਰ ਲਈਏ ਤਾਂ ਆਪਾਂ ਰੈਵੋਲੂਸ਼ਨ ਕੰਟਰੋਲ ਕਰ ਲਾਂਗੇ। ਸੋ ਉਵੇਂ ਦੀ ਉਹ ਗੱਲ ਫੇਰ ਹੈਗੀ ਵੀ ਖੂਨ ਤਾਂ ਖੜਾ ਹੈਗਾ। ਬਾਬੇ ਬੰਦੇ ਦੇ ਬਹਾਦਰ ਦੇ ਬੱਚੇ ਜਿਨ੍ਹਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਲੈਂਡ ਓਨਰ ਬਣਾਇਆ, ਤੇ ਉਹ ਆਪਦੀ ਜ਼ਮੀਨਾਂ ਕਿਵੇਂ ਜਾਣ ਦੇਣਗੇ? ਆਪਾਂ ਤਾਂ ਖੋਪੜ ਲਹਾਤੇ ਇਹਨਾਂ ਵਾਸਤੇ। ਸੋ ਇਹਨਾਂ ਨੂੰ ਪਤਾ ਹੀ ਹੈ ਨਹੀਂ ਵੀ ਇਹ ਕੀ ਕਰ ਰਹੇ ਨੇ। ਵੀ ਸਤਲੁਜ ਤੋਂ ਲੈ ਕੇ ਯਮੁਨਾ ਤੱਕ ਕੱਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿ ਲਓ ਵੀ ਜ਼ਮੀਨਾਂ ਆਜ਼ਾਦ ਕਰਾ ਕੇ ਆਪਾਂ ਨੂੰ ਮਜ਼ਾਰਿਆਂ ਤੋਂ ਲੈਂਡ ਓਨਰ ਬਣਾਇਆ, ਤੇ ਹੁਣ ਸਰਕਾਰ ਦੀ ਫੇਰ ਤਿਆਰੀ ਆਪਾਂ ਨੂੰ ਮਜ਼ਾਰੇ ਬਣਾਉਣ ਦੀ ਹੈ। ਦੇਖਦੇ ਹਾਂ ਵੀ ਸਰਕਾਰ ਕਿੰਨਾ ਕੁ ਇਹਦੇ ਵਿੱਚ ਕਾਮਯਾਬ ਹੋਊਗੀ। ਬਾਕੀ ਆਪਾਂ ਨੂੰ ਪਤਾ ਹੈਗਾ ਵੀ ਆਪਣਾ ਇਤਿਹਾਸ ਕੀ ਹੈਗਾ ਤੇ ਆਪਾਂ ਕਿੱਥੇ ਖੜੇ ਹਾਂ, ਆਪਣੀ ਪੋਜੀਸ਼ਨ ਕੀ ਹੈ। ਜੀ ਥੋੜਾ ਜਿਹਾ ਮੈਨੂੰ ਜਿਹੜਾ ਪਿੱਛੇ ਤੁਹਾਡਾ ਐਕਸਪੀਰੀਅੰਸ ਰਿਹਾ ਉਸ ਬਾਰੇ, ਮਤਲਬ ਤੁਸੀਂ ਗਏ ਕਦੋਂ, ਥੋੜਾ ਜਿਹਾ ਟਾਈਮਲਾਈਨ ਦੇ ਮੁਤਾਬਕ ਜੇ ਦੱਸ ਸਕੋ। ਹਾਂਜੀ। ਸੋ ਨਵੰਬਰ 26 ਨੂੰ ਉਹਨਾਂ ਨੇ ਖਬਰ ਚਲਾਈ ਸੀ ਦੇਸ਼ ਕਾ ਦੁਸ਼ਮਣ। ਉਹ ਤੋਂ ਬਾਅਦ ਥੋੜਾ ਬਹੁਤਾ ਮੈਂ ਸੰਗਠਿਤ ਕੀਤਾ, ਮੌਂਟਰੀਅਲ ਗਿਆ, ਆਟਵਾ ਗਿਆ ਤੇ ਟੋਰਾਂਟੋ ਦੇ ਵਿੱਚ ਸੀਗਾ। ਤੇ ਉਹ ਤੋਂ ਬਾਅਦ ਫਿਰ ਮੈਂ ਆਪਦੀ ਫਲਾਈਟ ਬੁੱਕ ਕੀਤੀ, ਜਿਵੇਂ 8th ਨੂੰ ਮੈਂ ਇੰਡੀਆ ਪਹੁੰਚਿਆ।
ਤੇ ਉੱਥੋਂ ਫਿਰ ਮੈਂ ਸਿੱਧਾ ਟਿੱਕਰੀ ਬਾਰਡਰ ਗਿਆ ਜੀ ਪਹਿਲਾਂ। ਤੇ ਟਿੱਕਰੀ ਬਾਰਡਰ ਤੋਂ ਮੈਂ ਦੇਖਿਆ ਵੀ ਖਾਲਸਾ ਝੰਡਾ ਝੁੱਲ ਰਿਹਾ ਸੀਗਾ ਆਲਰੇਡੀ ਕ੍ਰਾਂਤੀ ਦਾ, ਉੱਥੇ ਮਤਲਬ ਪੂਰਾ ਕਹਿ ਲਓ ਵੀ ਆਪਦੇ ਜੋਬਨ ਤੇ ਸੀ। ਤੇ ਉਦੋਂ ਬਾਅਦ ਸਿੰਘੂ ਬਾਰਡਰ ਗਏ, ਉੱਥੇ ਵੀ ਉਹੀ ਸੀਗਾ। ਸੋ ਸਿਸਟਮ ਸੋਚ ਕੇ ਨਹੀਂ ਸੀ ਗਏ ਵੀ ਗਾਜ਼ੀਪੁਰ ਜਾਣਾ ਹੈਗਾ ਜਾਂ ਉੱਤਰ ਪ੍ਰਦੇਸ਼ ਜਾਣਾ, ਪਰ ਸਬੱਬ ਐਵੇਂ ਦਾ ਬਣਿਆ ਵੀ ਕਾਲ, ਜਿਵੇਂ ਵਾਹਿਗੁਰੂ ਨੇ ਸੇਵਾ ਲੈਣੀ ਹੁੰਦੀ ਹੈ ਤਾਂ ਕਾਲ ਉੱਥੋਂ ਹੀ ਆਈ ਗਾਜ਼ੀਪੁਰ ਤੋਂ, ਵੀ ਸ਼ਾਹਜਹਾਂਪੁਰ ਸਪੈਸੀਫਿਕਲੀ। ਉੱਥੋਂ ਸਾਡੇ ਕਹਿ ਲਓ ਵੀ ਯੂਪੀ 26 ਵਾਲੇ ਜਿਹੜੇ ਹੈਗੇ ਨੇ ਹੁਣ ਅੱਜ ਕੱਲ੍ਹ ਗਾਜ਼ੀਪੁਰ ਬਾਰਡਰ ਤੇ ਸੇਵਾ ਵੀ ਮੁੰਡੇ ਬਹੁਤ ਨਿਭਾ ਰਹੇ ਨੇ। ਸਪੈਸ਼ਲੀ ਕਹਿ ਲਓ ਵੀ ਬਾਬੇ ਨਾਨਕ ਦੀ ਹੱਟੀ ਮੁੰਡਿਆਂ ਲਾਈਏ ਤਾਂ ਉਹਨਾਂ ਨੂੰ ਰੈਕਗਨੇਸ਼ਨ ਵੀ ਮਿਲਣਾ ਚਾਹੀਦਾ। ਸੋ ਉਹ ਮੁੰਡਿਆਂ ਨੇ ਕਹਿ ਲਓ ਵੀ ਮੈਨੂੰ ਕਾਲ ਕੀਤੀ ਆ ਦੋਸਤਾਂ ਨੇ ਵੀ ਤੁਸੀਂ ਭਾਜੀ ਜੇ ਕੁਝ ਕਰਨਾ ਚਾਹੁੰਦੇ ਤਾਂ ਗਾਜ਼ੀਪੁਰ ਵਾਸਤੇ ਕਰੋ। 300 ਤੋਂ 500 ਬੰਦੇ ਦੇ ਵਿਚਾਲੇ ਉੱਥੇ ਹੋਊਗਾ ਜੀ ਉਸ ਟਾਈਮ ਦੇ ਉੱਤੇ। ਤੇ ਜਦੋਂ ਤੁਸੀਂ ਨਵੰਬਰ ਦੀ ਗੱਲ ਕਰ ਰਹੇ ਹਾਂ ਜੀ, ਤੇ ਨਵੰਬਰ ਐਂਡ ਦਸੰਬਰ ਦਾ ਪਹਿਲਾ ਹਫਤਾ ਜੀ। ਤੇ ਫਿਰ ਅਸੀਂ ਗਏ ਉੱਥੇ ਗਾਜ਼ੀਪੁਰ ਗਏ ਤੇ ਯੂਪੀ ਗੇਟ ਕਹਿੰਦੇ ਨੇ ਜੀ ਉਹਨੂੰ। ਉੱਥੇ ਪਹਿਲਾਂ ਵੀ ਅੰਦੋਲਨ ਕਾਫੀ ਕੀਤੇ ਨੇ, ਟਕੈਤ ਸਾਹਿਬ ਨੇ, ਹੋਰ ਯੂਪੀ ਤੋਂ ਫਾਰਮਰ ਆ ਕੇ ਉੱਤਰਾਖੰਡ ਦਾ ਫਾਰਮ ਉੱਥੇ ਅੰਦੋਲਨ ਕਰਦਾ ਹੈਗਾ। ਸੋ ਇਹ ਕੋਈ ਹੈ ਨਹੀਂ ਪਹਿਲੀ ਵਾਰੀ ਆਏ ਨੇ, ਤਾਂ ਐ ਹੁੰਦਾ ਹੈਗਾ ਵੀ ਯੂਜੂਲੀ ਉਹ ਆਉਂਦੇ ਨੇ ਉੱਥੇ ਉਹਨਾਂ ਨੂੰ ਰੋਕ ਲੈਂਦੀ ਹੈ ਸਰਕਾਰ ਤੇ ਬੈਰੀਕੇਡ ਲਾ ਕੇ ਰੋਕ ਲੈਂਦੀ ਹੈ ਜਿਵੇਂ ਹੁੰਦਾ ਸਰਕਾਰ ਦਾ। ਤੇ ਇਹ ਫਿਰ ਪ੍ਰੋਜੈਕਟ ਕਰ ਦਿੰਦੇ ਨੇ ਲੋਕਾਂ ਮੂਹਰੇ ਵੀ ਇਹਨਾਂ ਨੇ ਸੜਕ ਰੋਕ ਰੱਖੀ ਹੈ। ਯੂਜੂਲੀ ਸੜਕ ਉੱਥੇ ਚੱਲ ਰਹੀ ਹੈ ਗਾਜ਼ੀਪੁਰ ਦੇ ਵਿੱਚ, ਕੋਈ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂਕਿ ਇਹ ਗੱਲਾਂ ਵੀ ਦੱਸਣੇ ਕੈਮਰੇ ਤੇ ਬਹੁਤ ਜ਼ਰੂਰੀ ਨੇ, ਕਿਉਂਕਿ ਬਹੁਤ ਲੋਕਾਂ ਨੂੰ ਇਹ ਲੱਗਦਾ ਵੀ ਕਿਸਾਨਾਂ ਨੇ ਸੜਕਾਂ ਰੋਕ ਲਈਆਂ ਦਿੱਲੀ ਦੀਆਂ, ਕੁਝ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਕੋਈ ਇਹੋ ਜਿਹੀ ਕਾਲ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਵੀ ਹੈ, ਉਹ ਕਾਲ 3 ਘੰਟੇ ਤੋਂ 4 ਘੰਟੇ ਤੱਕ ਸਿਰਫ ਸਰਕਾਰ ਨੂੰ ਇੱਕ ਟ੍ਰੇਲਰ ਦਿਖਾਉਣ ਦਾ ਸੀਗਾ। ਲੰਗਰ ਦਾ ਪ੍ਰਬੰਧ ਨਾਲ ਹੋਇਆ ਜੀ, ਚਾਹੇ ਮਹਾਰਾਸ਼ਟਰ ਦੇ ਵਿੱਚ ਸੜਕਾਂ ਰੋਕੀਆਂ, ਜਿੱਥੇ ਵੀ ਪੂਰੇ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੋਈ ਹੈ ਚੱਕਾ ਜਾਮ ਦੀ, ਜਿਵੇਂ ਫਰਵਰੀ 6 ਨੂੰ ਹੋਈ ਹੈ। ਮੈਂ ਸਪੈਸ਼ਲੀ ਦੱਸਣਾ ਚਾਹੁੰਦਾ ਹੈਗਾ ਵੀ ਉਹ ਕਾਲਾਂ ਦੇ ਵਿੱਚ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਹੀਂ ਕੀਤਾ ਗਿਆ। ਲਾਅ ਐਂਡ ਆਰਡਰ ਦੇ ਨਾਲ ਮਿਲ ਕੇ ਪੁਲਿਸ ਉੱਥੇ ਸੀਗੀ ਮੌਕੇ ਤੇ ਸਾਰਾ ਕੁਝ ਬਿਲਕੁਲ ਲਾਅ ਐਂਡ ਆਰਡਰ ਦੀ ਨਿਗਰਾਨੀ 'ਚ ਹੋਇਆ, ਸਿਰਫ ਸਰਕਾਰ ਤੇ ਪ੍ਰੈਸ਼ਰ ਬਣਾਉਣ ਦੇ ਤਰੀਕੇ ਨਾਲ, ਨਾ ਕਿ ਲੋਕਾਂ ਨੂੰ ਇਨਕਨਵੀਨੀਅੰਸ ਕਰਨ ਦੇ ਹਿਸਾਬ ਨਾਲ। ਸੋ ਇਹ ਗੱਲ ਬਹੁਤ ਜ਼ਰੂਰੀ ਹੈਗੀ। ਤੋਂ ਬਾਅਦ ਉੱਥੋਂ ਅੰਦੋਲਨ ਸ਼ੁਰੂ ਕੀਤਾ ਆਪਾਂ ਜੀ ਉੱਤਰ ਪ੍ਰਦੇਸ਼ ਦੇ ਬਾਰਡਰ ਤੋਂ, ਤੇ ਉੱਥੇ ਹੀ ਫਿਰ ਆਪਣਾ ਰੈਸਟ ਇਜ਼ ਵੀ ਹਿਸਟਰੀ ਵੀ ਆਪਾਂ ਹੌਲੀ ਹੌਲੀ ਇੱਕ ਬਾਰਡਰ ਤੋਂ ਦੂਜੇ ਬਾਰਡਰ ਫਿਰ ਸੇਵਾ ਮਿਲਦੀ ਚਲੀ ਗਈ। ਤੇ ਜਿਵੇਂ ਸਿਸਟਮ ਬਣਿਆ ਹੁਣ ਆਪਾਂ ਕਾਫੀ ਆਰਗੇਨਾਈਜ਼ ਤਰੀਕੇ ਨਾਲ ਉੱਥੇ ਅਸੀਂ, ਜਿਵੇਂ ਤੁਹਾਨੂੰ ਦੱਸਿਆ ਵੀ ਭਾਰਤ ਮਾਤਾ ਸੁਸਾਇਟੀ ਇੱਕ ਕਹਿ ਲਓ ਵੀ ਇੱਕ ਅੰਦੋਲਨ, ਇੱਕ 1906 ਦੇ ਵਿੱਚ ਚਾਚਾ ਅਜੀਤ ਸਿੰਘ ਜੀ ਨੇ ਜਦੋਂ ਕਾਂਗਰਸ ਦੀ ਮੀਟਿੰਗ ਅਟੈਂਡ ਕੀਤੀ ਕੈਲਕਟਾ ਦੇ ਵਿੱਚ, ਜਦੋਂ ਭਗਤ ਸਿੰਘ ਦੇ ਚਾਚਾ ਜੀ ਸੀਗੇ ਜੀ, ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੂਫੀ ਅੰਬਾ ਪ੍ਰਸਾਦ ਜੀ। ਇਹ ਵੀ ਬਹੁਤ ਲੋਕਾਂ ਨੂੰ ਘੱਟ ਪਤਾ ਹੋਊਗਾ ਵੀ ਇਹ ਦੋਨੋਂ ਬਹੁਤ ਉੱਘੀਆਂ ਸ਼ਖਸੀਅਤਾਂ ਸੀਗੀਆਂ ਪੈਜੈਂਟਰੀ ਜਿਹਨੂੰ ਆਪਾਂ ਕਿਸਾਨੀ ਕਹਿ ਦਈਏ। ਤੇ ਇਹਨਾਂ ਨੂੰ ਲੋਕਮਾਨਿਆ ਤਿਲਕ ਜੀ ਨੇ ਉਸ ਟਾਈਮ ਤੇ 1906 ਦੇ ਵਿੱਚ ਕਰਾਊਨ ਕਿੰਗ ਆਫ ਇੰਡੀਅਨ ਪੈਜੈਂਟਰੀ ਦਾ ਵੀ ਕਹਿ ਕੇ ਵੀ ਇਹਨਾਂ ਰੈਫਰ ਕੀਤਾ, ਇਹਨਾਂ ਨੂੰ ਖਿਤਾਬ ਦਿੱਤਾ ਵੀ ਤੁਸੀਂ ਕਿਸਾਨਾਂ ਵਾਸਤੇ ਇਹਨਾਂ ਸੰਘਰਸ਼ ਕੀਤਾ। ਤੇ ਉਹਨਾਂ ਦੀ ਆਪਾਂ ਹਿਸਟਰੀ ਪੰਨਿਆਂ 'ਚ ਖੋ ਗਈ, ਕਿਉਂਕਿ ਹੋ ਸਕਦਾ ਵੀ ਉਹਨਾਂ ਦਾ ਕਹਿ ਲਓ ਵੀ ਆਪਣਾ ਭਗਤ ਸਿੰਘ ਐਨ ਆਊਟਸਾਈਡ ਕਰ ਗਿਆ ਫੈਮਿਲੀ ਦੇ ਵਿੱਚੋਂ, ਤੇ ਕਈ ਵਾਰੀ ਚਾਚਾ ਅਜੀਤ ਸਿੰਘ ਨੂੰ ਲੋਕ ਨਹੀਂ ਸਮਝਦੇ ਹੈਗੇ, ਸ਼ਾਇਦ ਉਹਨਾਂ ਬਾਰੇ ਅਵੇਅਰਨੈਸ ਨਹੀਂ ਹੈਗੀ ਉਹਨਾਂ ਨੂੰ, ਉਹ ਸਮਝ ਹੀ ਨਹੀਂ ਹੈਗੀ ਉਹਨਾਂ ਦੀ ਕੀ ਸਟੋਰੀ ਹੈ ਕੀ ਹੈਗਾ, ਜਾਂ ਸ਼ਾਇਦ ਆਪਾਂ ਖੋ ਗਈ ਇਤਿਹਾਸ ਦੇ ਕਰਨੇ ਪੰਨਿਆਂ ਦੇ ਵਿੱਚ ਕਿਤੇ ਇਹ ਸਟੋਰੀ। ਸੋ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿਵੇਂ ਉਹਨਾਂ ਨੇ ਹਿੰਦੂ ਫਰੈਂਡਸ ਨੂੰ, ਮੁਸਲਮਾਨ ਫਰੈਂਡਸ ਨੂੰ, ਸਭ ਨੂੰ ਸੰਗਠਿਤ ਕੀਤਾ। ਕਿਉਂਕਿ ਸੰਗਠਿਤ ਇੱਕ ਇਹੋ ਜਿਹਾ ਸ਼ਬਦ ਹੈ, ਜੇ ਆਪਾਂ ਪੂਰੇ ਅੱਜ ਦੇ ਇੰਟਰਵਿਊ ਵਿੱਚੋਂ ਸੰਗਠਿਤ ਤੇ ਸੱਤਿਆਗ੍ਰਹਿ ਆਹ 2 ਸ਼ਬਦ ਚੱਕ ਲਈਏ ਤਾਂ ਅੰਦੋਲਨ ਆਪਾਂ ਜਿੱਤ ਗਏ। ਸਿਰਫ ਇਹ 2 ਸ਼ਬਦਾਂ ਤੇ ਪਹਿਰਾ ਦੇਣਾ ਹੈਗਾ, ਇੱਕ ਸੱਤਿਆਗ੍ਰਹਿ ਤੇ ਇੱਕ ਸੰਗਠਿਤ। ਵੀ ਕਿਉਂਕਿ ਆਪਾਂ ਜੇ ਸੰਗਠਿਤ ਹੈਗੇ ਆ ਤਾਂ ਆਪਾਂ ਨੂੰ ਕੋਈ ਦੁਸ਼ਮਣ ਹੱਥ ਨਹੀਂ ਲਾ ਸਕਦਾ ਹੈਗਾ, ਤੇ ਆਪਾਂ ਜੇ ਆਰਗੇਨਾਈਜ਼ ਹੈਗੇ, ਕਿਉਂਕਿ ਆਹੀ ਜੇ ਆਪਾਂ ਵੱਡੀ ਆਰਗੇਨਾਈਜੇਸ਼ਨਾਂ ਦੀ ਗੱਲ ਕਰੀਏ ਜਿਹੜਾ ਆਪਣੇ ਕੰਟਰੀ ਦੇ ਵਿੱਚ ਹੁਣ ਇਸ ਟਾਈਮ ਸਭ ਕੁਝ ਕਹਿ ਕੇ ਚਾਹੇ ਸਮਾਜਿਕ ਮੁਖੌਟੇ ਪਾ ਕੇ ਜਿਵੇਂ ਰੂਲ ਕਰ ਰਹੇ ਨੇ, ਉਹ ਵੀ ਤਾਂ ਸੰਗਠਿਤ ਹੀ ਨੇ ਜੀ। ਸੋ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ। ਆਪਦੇ ਕਹਿ ਲਓ ਵੀ ਜਿਹੜਾ ਮਿਸ਼ਨ ਹੈਗਾ ਆਪਣਾ ਵੀ 3 ਬਿੱਲ ਰੱਦ ਕਰਾਉਣਾ ਤੇ MSP ਅਚੀਵ ਕਰਨਾ, ਇਹ ਲੜਾਈ ਚੱਲਣੀ ਹੈ ਲੰਬੀ। ਕਿਉਂਕਿ MSP ਦਾ ਹਜੇ ਆਪਾਂ ਜਿਵੇਂ ਗੱਲ ਕਰਾਂਗੇ ਇੰਟਰਵਿਊ 'ਚ ਅੱਗੇ ਵੀ MSP ਵਾਲੀ ਜੰਗ ਹਜੇ ਲੰਬੀ ਚੱਲਣੀ ਹੈ। ਇਹ ਬਹੁਤ ਦੇਰ ਤੋਂ ਸੰਘਰਸ਼ ਚੱਲ ਰਿਹਾ, 20-25 ਸਾਲਾਂ ਤੋਂ, ਇਹ ਕੋਈ ਅੱਜ ਦਾ ਨਹੀਂ ਹੈਗਾ। ਸੋ ਕਈ ਵਾਰੀ ਇਹ ਵੀ ਸੋਚਣ 'ਚ ਆਉਂਦਾ ਹੈਗਾ ਵੀ ਆਹ ਮੌਜੂਦਾ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ ਹੈ। ਉਹਦੇ ਉੱਤੇ ਵੀ ਮੈਂ ਗਰਾਊਂਡ ਲੈਵਲ ਤੇ ਕਹਿਣਾ ਚਾਹੁੰਦਾ ਹੈਗਾ ਵੀ ਜੇ ਕਿਸੇ ਨੂੰ ਇਹ ਭੁਲੇਖਾ ਹੈਗਾ ਤਾਂ ਉਹ ਕਿਸੇ ਪ੍ਰੋਮਿਨੈਂਟ ਬਾਰਡਰ ਤੇ ਜਾ ਕੇ ਮੋਦੀ ਨੂੰ ਕੋਈ ਮੁਰਦਾਬਾਦ ਹੈ, ਆਈ ਡੋਂਟ ਥਿੰਕ ਪੀਪਲ ਐਪਰੀਸ਼ੀਏਟ ਦੈਟ। ਇਹ ਸਰਕਾਰ ਦਾ ਇਤਿਹਾਸ ਪੜ੍ਹ ਲਿਆ ਜਾਵੇ ਕਿਸਾਨ ਯੂਨੀਅਨਾਂ ਦਾ ਤੇ ਕਿਸਾਨ ਸੰਘਰਸ਼ਾਂ ਦਾ, ਚਾਹੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਨਾਅਰੇਬਾਜ਼ੀ ਨਹੀਂ ਸੀ ਹੁੰਦੀ, ਨੀਤੀ ਦੇ ਖਿਲਾਫ ਨਾਅਰੇਬਾਜ਼ੀ ਹੁੰਦੀ। ਪਗੜੀ ਸੰਭਾਲ ਜੱਟਾ ਗਾਣਾ ਜਿਹੜਾ ਹੈਗਾ ਲਾਲਾ ਬਾਂਕੇ ਦਿਆਲ ਜੀ ਨੇ ਲਿਖ ਲਿਆ, ਉਹਦੇ ਵਿੱਚ ਵੀ ਕੋਈ ਮਤਲਬ ਨੀਤੀ ਨੂੰ ਆਪਾਂ ਕਹਿ ਸਕਦੇ ਹਾਂ ਵੀ ਨੀਤੀਆਂ ਦੇ ਉੱਤੇ ਸੰਗਠਿਤ ਹੋਣ ਦੇ ਉੱਤੇ ਆਪਣਾ ਜ਼ੋਰ ਹੈਗਾ, ਤੇ ਨੀਤੀ ਦੇ ਖਿਲਾਫ ਬੋਲਣ ਦੇ ਉੱਤੇ ਸਰਕਾਰ ਨੂੰ ਗਿਰਾਉਣਾ ਜਾਂ ਰਾਜਨੀਤਿਕ ਅਪੇਕਸ਼ਾ ਰੱਖਣਾ ਇਹ ਕਿਸਾਨ ਅੰਦੋਲਨ ਦਾ ਕਦੇ ਵੀ ਕੋਈ ਮਤਲਬ ਆਬਜੈਕਟਿਵ ਨਹੀਂ ਰਿਹਾ ਹੈਗਾ ਆਪਣੇ ਇਤਿਹਾਸ ਦੇ ਵਿੱਚੋਂ, ਜਿਹੜੇ ਮਰਜ਼ੀ ਅੰਦੋਲਨ ਨੂੰ ਚੱਕ ਲਈਏ। ਤੇ ਇੱਕ ਸਪੈਸੀਫਿਕ ਮੈਂ ਗੱਲ ਹੋਰ ਦੱਸਣਾ ਚਾਹੁੰਦਾ ਵੀ ਜਿਵੇਂ ਕਈ ਵਾਰ ਸਲਾਹ ਹੁੰਦੀ ਹੈ, ਡਿਸਕਸ਼ਨ ਹੋ ਰਹੀ ਸੀਗੀ ਇੰਟਰਸਟਿੰਗ,
ਵੀ ਜੇ ਆਪਾਂ ਹਿਸਟਰੀ ਵੀ ਚੱਕ ਲਈਏ ਕਿਸਾਨ ਅੰਦੋਲਨਾਂ ਦੀ ਕੰਟਰੀ ਦੇ ਵਿੱਚ, ਜੀ। ਜੇ ਬਾਰਡੋਲੀ ਆਪਾਂ ਦੇਖਦੇ ਹਾਂ 1928 ਦਾ, 1918 ਦਾ ਖੇੜਾ ਅੰਦੋਲਨ ਹੈਗਾ, ਫਿਰ ਉਹ ਤੋਂ ਪਹਿਲਾਂ ਚੰਪਾਰਨ ਅੰਦੋਲਨ ਹੈਗਾ, ਤੇ ਸਭ ਤੋਂ ਪਹਿਲਾਂ ਵੀ ਆਪਾਂ ਦੇਖੀਏ ਜੇ ਪੰਜਾਬ ਲੈਂਡ ਏਲੀਨੇਸ਼ਨ ਐਕਟ ਜਿਹੜਾ ਵਾਪਸ ਕਰਾਇਆ ਸਰਕਾਰ ਤੋਂ, ਸਰਕਾਰ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ, ਤਾਂ ਉਹ ਚਾਚਾ ਅਜੀਤ ਸਿੰਘ ਨੇ, ਤਾਂ ਕਹਿਣ ਤੋਂ ਬਾਅਦ ਪੰਜਾਬ ਨੇ ਹੀ ਪਹਿਲਾਂ ਸਭ ਤੋਂ ਪਹਿਲਾਂ ਗੋਰੇ ਹਕੂਮਤ ਦੀ ਉਹਨਾਂ ਨੇ ਕਹਿ ਲਓ ਵੀ ਉਹਨਾਂ ਦੇ ਉੱਤੇ ਦਬਾਅ ਬਣਾ ਕੇ ਉਹ ਕਾਨੂੰਨ ਵਾਪਸ ਕਰਵਾਏ ਸੀ। ਤੇ ਉਦੋਂ ਵੀ ਸੰਵਿਧਾਨ ਦਾ ਹਵਾਲਾ ਦੇ ਕੇ ਵੀ ਜਿਹੜਾ ਅਮਰੀਕਾ ਉਹਦਾ ਇੰਗਲੈਂਡ ਦਾ ਸੰਵਿਧਾਨ ਸੀਗਾ, ਉਹਦੇ ਵਿੱਚ ਵੀ ਜਿਵੇਂ ਜਦੋਂ ਤੁਹਾਡੀ ਫਸਲ ਫੇਲ ਹੋ ਰਹੀ ਹੈ, ਪ੍ਰੋਬਲਮ ਆ ਰਹੀ ਹੈ, ਤੁਸੀਂ ਰੈਵਨਿਊ ਵਧਾ ਨਹੀਂ ਸਕਦੇ 23%, ਸੋ ਸੰਵਿਧਾਨਿਕ ਤਰੀਕੇ 'ਚ ਰਹਿੰਦੇ ਹੋਏ ਉਹ ਅੰਦੋਲਨ ਚੱਲਿਆ ਸੀਗਾ, ਤੇ ਸੱਤਿਆਗ੍ਰਹਿ ਦੇ ਰਸਤੇ 'ਤੇ ਹੀ ਉਹ ਅੰਦੋਲਨ ਚੱਲਿਆ ਸੀਗਾ। ਚਾਚਾ ਅਜੀਤ ਸਿੰਘ ਨੇ ਹਥਿਆਰ ਨਹੀਂ ਸੀ ਚੱਕੇ ਖਿਲਾਫ ਹਕੂਮਤ ਦੇ। ਸੋ ਇਹਦੇ ਨਾਲ ਫਿਰ ਤੁਸੀਂ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆ ਸਕਦੇ ਹੋ, ਤੇ ਇਨਕਲੂਸਿਵਿਟੀ ਆਉਂਦੀ ਹੈ, ਕਿਉਂਕਿ ਇਹ ਵੀ ਗੱਲ ਚੱਲਦੀ ਹੈ ਵੀ ਕਈ ਆਵਾਜ਼ਾਂ ਠੀਕ ਨੇ, ਕਈ ਗਲਤ ਨੇ। ਮੈਂ ਸੋਚਦਾ ਵੀ ਸਾਰੀਆਂ ਨੂੰ ਆਵਾਜ਼ਾਂ ਨੂੰ ਬੋਲਣ ਦਾ ਹੱਕ ਤਾਂ ਹੋਣਾ ਹੀ ਚਾਹੀਦਾ। ਜੇ ਤੁਸੀਂ ਡੈਮੋਕ੍ਰੇਸੀ ਉਹ ਛਿਨ ਲਈ ਇਸ ਅੰਦੋਲਨ ਤੋਂ, ਵੀ ਤੁਸੀਂ ਕਿਹਾ ਵੀ ਆਹੀ ਆਵਾਜ਼ਾਂ ਬੋਲਣਗੀਆਂ, ਆ ਨਹੀਂ ਬੋਲਣਗੀਆਂ, ਫਿਰ ਤਾਂ ਅੰਦੋਲਨ ਦਾ ਤੁਸੀਂ ਉਹ ਸਪਿਰਿਟ ਹੀ ਮਾਰਤਾ। ਸੋ ਕਹਿਣ ਤੋਂ ਭਾਵ ਵੀ ਆਪਾਂ ਰਸਤੇ 'ਤੇ ਵੀ ਸਹੀ ਚੱਲਣਾ ਹੈ, ਤੇ ਚੱਲਣਾ ਵੀ ਜਮਹੂਰੀਅਤ ਦੇ ਤਰੀਕੇ ਨਾਲ ਹੈਗਾ, ਤੇ ਸਾਰਿਆਂ ਨੂੰ ਬੋਲਣ ਦਾ ਹੱਕ ਹੈਗਾ, ਚਾਹੇ ਉਹ ਜਿਵੇਂ ਦੀ ਵੀ ਆਵਾਜ਼ ਹੈਗੀ ਹੈ, ਚਾਹੇ ਰਾਈਟ ਲੈਫਟ ਪੋਲੀਟੀਕਲ ਜਿਵੇਂ ਦੀ ਵੀ ਆਵਾਜ਼ ਹੈ, ਸਾਰਿਆਂ ਨੂੰ ਬੋਲਣ ਦਾ ਹੱਕ ਹੋਣਾ ਚਾਹੀਦਾ, ਕਿਉਂਕਿ ਸਾਰਿਆਂ ਨੂੰ ਤੋਂ ਇਕੱਠੇ ਹੋ ਕੇ ਹੀ ਸੰਗਤ ਦੇ ਫੈਸਲੇ ਨਾਲ ਵਧੀਆ ਇੱਕ ਚੀਜ਼ ਸਾਹਮਣੇ ਜਿੱਤ ਪ੍ਰਾਪਤ ਹੋਣੀ ਹੈ। ਨਹੀਂ, ਇੱਥੇ ਹੁਣ ਜਦੋਂ ਤੁਸੀਂ ਗਏ ਹੋ, ਤੁਸੀਂ ਨਵੰਬਰ ਐਂਡ ਦੀ ਗੱਲ ਕਰਦੇ ਹੋ, ਤੇ ਦਸੰਬਰ, ਜਨਵਰੀ, ਫਰਵਰੀ ਆਲਮੋਸਟ 3 ਮਹੀਨੇ ਤੁਸੀਂ ਉੱਥੇ ਲਾ ਕੇ ਆਏ ਹੋ। ਆਪਣੇ ਐਕਸਪੀਰੀਅੰਸ ਦੇ ਵਿੱਚੋਂ ਮਤਲਬ ਲੋਕਾਂ ਦਾ ਜਿਹੜਾ ਜਜ਼ਬਾ ਹੈ ਉਹ ਤਾਂ ਇੱਕ ਪਾਸੇ ਨਜ਼ਰ ਆਉਂਦਾ, ਸੋ ਖਾਸ ਤੌਰ 'ਤੇ ਉੱਥੇ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਲੋਕਾਂ ਦੇ ਜਜ਼ਬੇ ਪ੍ਰਤੀ ਵੀ, ਤੇ ਨਾਲ ਹੀ ਨਾਲ ਜਦੋਂ ਅਸੀਂ ਕਿਸਾਨ ਆਗੂਆਂ ਦੀ ਜਾਂ ਸੰਘਰਸ਼ ਨੂੰ ਜਿਵੇਂ ਲੀਡ ਕੀਤਾ, ਕਿਵੇਂ ਮਹਿਸੂਸ ਕੀਤਾ ਤੁਸੀਂ? ਦੇਖੋ ਜੀ, ਸੰਗਤ ਤਾਂ ਜਿਹੜੀ ਹੈਗੀ ਆ ਉਹਦਾ ਆਪਾਂ ਨੂੰ ਪਤਾ ਹੈਗਾ ਵੀ ਜਜ਼ਬਾ ਮਤਲਬ ਕਦੇ ਵੀ ਜੋਬਨ 'ਤੇ ਹੀ ਹੈ। ਹੁਣ ਇਸ ਟਾਈਮ ਹੋ ਸਕਦਾ ਹੈਗਾ ਵੀ ਵਿੱਚ ਜਿਵੇਂ 26 ਜਨਵਰੀ ਵਾਲਾ ਇੰਸੀਡੈਂਟ ਹੋਇਆ, ਉਦੋਂ ਵੀ ਪਹਿਲਾਂ ਤਾਂ ਆਪਾਂ ਨੂੰ ਇਹ ਜ਼ਰੂਰ ਯਾਦ ਕਰਨਾ ਚਾਹੀਦਾ ਹੈਗਾ ਵੀ ਕਿਹੜੇ ਉਹ ਆਖਰੀ 400-500 ਕਿਸਾਨ ਸੀ ਜਿਹੜੇ ਬਚ ਗਏ ਸੀ ਗਾਜ਼ੀਪੁਰ ਦੇ ਉੱਤੇ, ਵੀ ਉਹਨਾਂ ਦੀ ਬਦੌਲਤ ਅੱਜ ਅੰਦੋਲਨ ਫੇਰ ਖੜਾ ਹੈਗਾ, ਤੇ ਉਹ ਸ਼ੇਰਾਂ ਨੂੰ ਸਲੂਟ ਹੈ ਪਹਿਲਾਂ ਤਾਂ ਸਾਰਿਆਂ ਨੂੰ ਵੀ ਉਹਨਾਂ ਨੇ ਉੱਥੇ ਆਪਦਾ ਸਟੈਂਡ ਰੱਖਿਆ, ਠੀਕ ਹੈ ਨਾ ਜੀ, ਤੇ ਉਹ ਬਹੁਤ ਜ਼ਰੂਰੀ ਸੀਗਾ। ਉਹ ਤੋਂ ਬਾਅਦ ਜਿਹੜੇ ਨੇਤਾ ਸੀਗੇ, ਆਪਣੀ ਲੀਡਰਸ਼ਿਪ ਸੀਗੀ, ਸਪੈਸ਼ਲੀ ਜਿਵੇਂ ਟਕੈਤ ਸਾਹਿਬ ਹੋ ਗਏ ਹੈ ਨਾ, ਹੋਰ ਚੜੂਨੀ ਸਾਹਿਬ ਹੋ ਗਏ, ਆਪਣੇ ਪੰਦੇਰ ਸਾਹਿਬ ਨੇ, ਪੰਨੂ ਸਾਹਿਬ ਨੇ, ਹੋਰ ਬਹੁਤ ਹੈਗੇ ਨੇ, ਮਤਲਬ ਜਿਹੜੇ ਜਿਨ੍ਹਾਂ ਨੇ ਮਤਲਬ ਸਟੈਂਡ ਰੱਖਿਆ, ਆਪਦਾ ਬਿਲਕੁਲ ਪੋਜੀਸ਼ਨ ਕਲੀਅਰ ਰੱਖੀ ਹੈਗੀ ਹੈ, ਤੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਸੰਯੁਕਤ ਕਿਸਾਨ ਮੋਰਚਾ ਦੇ ਵੀ ਐਫਰਟਸ ਨੂੰ ਮੈਂ ਐਪਰੀਸ਼ੀਏਟ ਕਰਦਾ ਹੈਗਾ, ਤੇ ਬਾਕੀ ਐਵੇਂ ਹੈਗਾ ਵੀ ਕੁਝ ਨੇਤਾਵਾਂ ਦਾ ਕੰਮ ਤੁਹਾਨੂੰ ਸਟੈਂਡ ਦਿਖਦਾ ਹੈਗਾ ਸਿੱਧਾ ਸਾਹਮਣੇ, ਸੋ ਉਹ ਆਪਾਂ ਨੂੰ ਹੁਣ ਕਲੀਅਰਲੀ ਪਤਾ ਹੈਗਾ ਵੀ ਐਵੇਂ ਆਪਣਾ ਅੰਦੋਲਨ ਕਿਹੜੇ ਪਾਸੇ ਜਾ ਰਿਹਾ ਹੈਗਾ। ਤੇ ਇਸ ਲਈ ਮੈਂ ਤਾਂ ਇਹ ਮਹਿਸੂਸ ਕਰਦਾ ਵੀ ਅੰਦੋਲਨ ਪਹਿਲੀ ਗੱਲ ਤਾਂ ਵਾਹਿਗੁਰੂ ਆਪ ਚਲਾ ਰਿਹਾ ਹੈਗਾ, ਚਾਹੇ ਤੁਸੀਂ ਅੱਲਾ, ਰਾਮ, ਜੋ ਵੀ ਤੁਹਾਡਾ ਨਾਮ ਹੈਗਾ, ਉਹ ਆਪ ਹੀ ਅੰਦੋਲਨ ਦੀ ਅਗਵਾਈ ਕਰ ਰਹੇ ਨੇ ਡਾਇਰੈਕਟਲੀ। ਤੇ ਜੇ ਕੋਈ ਇਹੋ ਜਿਹੀ ਨਜ਼ਰ ਰੱਖੂਗਾ ਜਿਹੜੀ ਸਰਬੱਤ ਦੇ ਭਲੇ ਦੇ ਰਸਤੇ ਤੋਂ ਪਰਾਂ ਹਟ ਕੇ ਜਾਂ ਕਿਸਾਨੀ ਦੇ ਮੁੱਦੇ ਤੋਂ ਪਰਾਂ ਹਟ ਕੇ ਹੋਊਗਾ, ਤਾਂ ਕਿਸਾਨ ਆਪ ਹੀ ਬਹੁਤ ਸਿਆਣੇ ਨੇ। ਇਹ ਸਰਕਾਰ ਨੂੰ ਹੀ ਭੁਲੇਖਾ ਇਕੱਲਾ ਵੀ ਕਿਸਾਨ ਬੇਵਕੂਫ ਹੈਗਾ। ਕਿਸਾਨ ਇੰਨਾ ਸਿਆਣਾ ਹੈਗਾ ਜੀ ਭਾਜੀ, ਵੀ ਤੁਸੀਂ ਅਖਬਾਰ ਦੇ ਵਿੱਚ ਕੋਈ ਵੀ ਖਬਰ ਛਾਪ ਦਿਓ, ਅੰਗਰੇਜ਼ੀ ਦੇ ਵਿੱਚ ਛਾਪ ਦਿਓ, ਹਿੰਦੀ ਦੇ ਵਿੱਚ ਛਾਪ ਦਿਓ, ਇੰਗਲਿਸ਼ ਦੇ ਵਿੱਚ ਛਾਪ ਦਿਓ, ਤੇ ਕਿਸਾਨਾਂ ਨੂੰ ਜਾ ਕੇ ਕਿਸੇ ਵੀ ਬਾਰਡਰ ਤੇ, ਜਾਂ ਮੈਂ ਕਹਿੰਦਾ ਬਾਰਡਰ ਤੇ ਜਾਓ ਨਾ, ਤੁਸੀਂ ਕਿਸੇ ਪਿੰਡ ਚਲੇ ਜਾਓ ਜਿਹੜਾ ਤੁਹਾਨੂੰ ਲੱਗਦਾ ਹੈਗਾ ਵੀ ਬੇਵਕੂਫਾਂ ਦਾ ਪਿੰਡ ਹੈਗਾ, ਉਹ ਪਿੰਡ ਜਾ ਕੇ ਸੱਥ ਦੇ ਵਿੱਚ ਉਹ ਅਖਬਾਰ ਦੀ ਖਬਰ ਪੜ੍ਹ ਕੇ ਉਹਨਾਂ ਨੂੰ ਦੱਸੋ ਵੀ ਆਹ ਲਿਖਿਆ ਅਖਬਾਰ ਦੇ ਵਿੱਚ, ਉਹ ਤੁਹਾਨੂੰ 5 ਮਿੰਟਾਂ ਦੇ ਵਿੱਚ ਹੀ ਦੱਸ ਦੇਣਗੇ ਕੀ ਸੱਚ ਹੈ ਤੇ ਕੀ ਝੂਠ ਹੈ। ਮਤਲਬ ਤੁਸੀਂ ਦੱਸੋ ਨਾ ਅਖਬਾਰ ਦਾ ਕੀ ਨਾਮ ਹੈਗਾ ਉਹਨਾਂ ਨੂੰ, ਤੁਸੀਂ ਜਿਵੇਂ ਕੋਈ ਇੰਡੀਪੈਂਡੈਂਟ ਮੀਡੀਆ ਚੈਨਲ ਦਾ ਅਖਬਾਰ ਬਣ ਕੇ ਜਾਓ ਤੇ ਗੱਲ ਕਰ ਲਿਓ ਉੱਥੇ, ਤੇ ਲੋਕਾਂ ਨੂੰ ਆਪ ਹੀ ਦੱਸ ਦੇਣਗੇ ਤੁਹਾਨੂੰ। ਤਾਂ ਲੋਕ ਬਹੁਤ ਸਿਆਣੇ ਨੇ ਜੀ, ਤੇ ਜਨਤਾ ਦਾ ਅਦਾਲਤ, ਲੋਕਾਂ ਦੀ ਅਦਾਲਤ ਸਭ ਤੋਂ ਉੱਤੇ ਹੈ। ਉਹ ਤੋਂ ਬਾਅਦ ਹੀ ਮਾਨਨੀ ਸੁਪਰੀਮ ਕੋਰਟ ਨੇ, ਤੇ ਬਾਅਦ ਵਿੱਚ ਪਾਰਲੀਮੈਂਟ ਹੈ। ਸੋ ਇਹ ਆਪਾਂ ਭੁੱਲ ਜਾਂਦੇ ਹਾਂ ਵੀ ਅਦਾਲਤ ਸਾਰਿਆਂ ਦੇ ਉੱਤੇ ਲੋਕਾਂ ਦੀ, ਤੇ ਇਹ ਜਿਹੜੇ ਲੋਕ ਭੁੱਲ ਜਾਂਦੇ ਨੇ ਉਹਨਾਂ ਨੂੰ ਫਿਰ ਤਾਂ ਹੀ ਤਾਂ 5 ਸਾਲ ਬਾਅਦ ਇਲੈਕਸ਼ਨ ਰੱਖਿਆ ਜਾਂਦਾ ਹੈਗਾ, ਤਾਂ ਉਹਨਾਂ ਨੂੰ ਫਿਰ ਯਾਦ ਕਰਵਾ ਦਿੱਤਾ ਜਾਂਦਾ ਹੈਗਾ। ਸੋ ਉਹ ਤਾਂ ਜਦੋਂ ਲੋਕਾਂ ਨੇ ਆਉਣਾ ਹੈਗਾ ਆਪਦਾ ਵੋਟ ਪਾਉਣਾ ਹੀ ਹੈਗਾ, ਜਦੋਂ ਪਾਉਣਗੇ। ਫਿਲਹਾਲ ਇਹ ਹੈਗਾ ਅੰਦੋਲਨ ਕਿਸਾਨਾਂ ਦਾ, ਤੇ ਇਹਦੇ ਵਿੱਚ ਮੈਨੂੰ ਲੱਗਦਾ ਹੈਗਾ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚੇ ਤੇ ਸਾਰੇ ਨੇਤਾ ਨੇ ਇਹਨੂੰ ਨਾਨ ਪੋਲੀਟੀਕਲ ਰੱਖਿਆ ਹੈਗਾ, ਤੇ ਜਿਵੇਂ ਆਪਣੀ ਇਤਿਹਾਸ ਹੈਗਾ ਉਵੇਂ ਦਾ ਹੀ ਇਹਨੂੰ ਚੱਲ ਰਿਹਾ ਹੈਗਾ ਕਿਸਾਨ ਅੰਦੋਲਨ ਵਾਂਗੂ, ਤੇ ਅੱਗੇ ਵੀ ਐਵੇਂ ਰਹੂਗਾ ਜਿਵੇਂ ਲੱਗਦਾ ਹੈਗਾ, ਉਮੀਦ ਹੈਗੀ ਹੈ। ਤੇ ਸੰਯੁਕਤ ਕਿਸਾਨ ਮੋਰਚਾ ਵੀ ਵਧੀਆ ਕੰਮ ਕਰ ਰਿਹਾ ਹੈਗਾ, ਬਾਕੀ ਆਪਣੇ ਨੌਜਵਾਨ ਵੀ ਕਰ ਰਹੇ ਨੇ, ਸਾਰੇ ਆਪਦੇ ਦਿਲੋਂ ਲੱਗੇ ਹੋਏ ਨੇ। ਸੋ ਆਵਾਜ਼ਾਂ ਡਿਫਰੈਂਟ ਨੇ। ਇੰਡੀਆ ਦੇ ਵਿੱਚ ਹਜੇ ਉਹਨਾਂ ਫਰੀਡਮ ਆਫ ਐਕਸਪ੍ਰੈਸ਼ਨ ਹੈ ਨਹੀਂ, ਤਾਂ ਕਈ ਵਾਰੀ ਐਂ ਲੱਗਦਾ ਆਪਾਂ ਆਵਾਜ਼ ਦੱਬ ਲਈਏ। ਪਰ ਤੁਸੀਂ ਹੁਣ ਅਮਰੀਕਾ ਰਹਿੰਦੇ ਹੋ, ਕੈਨੇਡਾ ਰਹਿੰਦੇ ਹੋ, ਤੁਹਾਨੂੰ ਪਤਾ ਹੈਗਾ ਵੀ ਹਰੇਕ ਬੰਦੇ ਨੂੰ, ਜੇ ਮੰਨ ਲਓ ਟੈਕਸਸ ਦੇ ਵਿੱਚ ਕੋਈ ਆਪਦਾ ਲੋਨ ਸਟਾਰ ਦਾ ਝੰਡਾ ਲਾ ਕੇ, ਇਹਨੂੰ ਐਲਬਰਟਾ ਦੇ ਵਿੱਚ ਕੋਈ ਨਾਰਾ ਲਾ ਸਕਦਾ ਹੈਗਾ ਐਲਬਰਟਾ ਅੱਡ ਹੋਣ ਦਾ, ਮੰਨ ਲਓ, ਜਾਂ ਮੌਂਟਰੀਅਲ ਦੇ ਵਿੱਚ ਲਾ ਸਕਦਾ, ਉਹ ਵੀ ਇੱਕ ਆਜ਼ਾਦ ਮੁਲਕ ਹੈਗਾ। ਸੋ ਮੈਂ ਇਹ ਕਹਿਣਾ ਹੈਗਾ ਵੀ ਤੁਸੀਂ ਪਰਸੀਕਿਊਟ ਕਿਉਂ ਕਰ ਰਹੇ ਹੋ ਕਿਸੇ ਨੂੰ ਉਹਦੇ ਪੋਲੀਟੀਕਲ ਥਾਟ ਵਾਸਤੇ। ਸੋ ਸਾਰਿਆਂ ਕੋਲ ਆਪਦਾ ਹੱਕ ਹੈਗਾ ਉਹਦੀ ਗੱਲ ਰੱਖਣ ਦਾ, ਤੇ ਹਰੇਕ ਆਵਾਜ਼ ਇਕੁਅਲੀ ਇੰਪੋਰਟੈਂਟ ਹੈਗੀ ਹੈ।
ਨਹੀਂ, ਜਿਵੇਂ ਤੁਸੀਂ 26 ਤਰੀਕ ਦਾ ਜ਼ਿਕਰ ਕੀਤਾ, ਤੁਸੀਂ ਉਦੋਂ ਉੱਥੇ ਸੀ 26 ਜਨਵਰੀ ਨੂੰ। ਤਾਂ 26 ਜਨਵਰੀ ਤੋਂ ਪਹਿਲਾਂ ਜਿਹੜਾ ਇੱਕ ਕਹਿ ਲਓ ਵੀ ਲੋਕਾਂ ਦਾ ਜਜ਼ਬਾ, ਜੋਸ਼ ਤੇ ਦਿੱਲੀ ਨੂੰ ਵੰਗਾਰਨ ਦੀ ਜਿਹੜੀ ਇੱਕ ਲਾਈਨ ਨਜ਼ਰ ਆ ਰਹੀ ਸੀ, ਤੇ 26 ਤੋਂ ਬਾਅਦ ਇੱਕ ਡਿਫਰੈਂਟ ਮਾਹੌਲ ਰਿਹਾ ਕੁਝ ਦਿਨ। ਉਹ ਤੋਂ ਬਾਅਦ ਦੁਬਾਰਾ ਫਿਰ ਸਟਰਗਲ ਦੀ ਤੇ ਜ਼ਰੂਰ ਰਿਵਾਈਵਲ ਹੋਈ ਹੈ, ਪਰ ਕਿਤੇ ਨਾ ਕਿਤੇ ਬਾਹਰ ਬੈਠਿਆਂ ਜਦੋਂ ਅਸੀਂ ਦੇਖਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਵੀ ਜਿਹੜਾ ਮੋਟੀਵੇਸ਼ਨ ਸੀ ਜਾਂ ਜਿਹੜੀ ਡਾਇਰੈਕਸ਼ਨ ਸੀਗੀ ਸੰਘਰਸ਼ ਦੀ, ਉਹ ਮੋਰ ਪੋਲੀਟੀਕਲ ਹੋ ਗਈ ਆ। ਪਹਿਲਾਂ ਇੱਕ ਜਜ਼ਬਾ ਇੱਕ ਕਿਸਮ ਦਾ ਹੋਰ ਸੀਗਾ, ਤੇ ਉਹ ਤੋਂ ਬਾਅਦ ਥੋੜੀ ਜਿਹੀ ਜਿਹੜੀ ਪੋਲਿਟਿਕਸ ਹੈਗੀ ਹੈ ਜਾਂ ਪੋਲੀਟੀਕਲ ਨਜ਼ਰੀਆ ਸੰਘਰਸ਼ ਦਾ ਹੁੰਦਾ ਨਜ਼ਰ ਆਉਂਦਾ। ਤੁਸੀਂ ਕਿਵੇਂ ਦੇਖਿਆ 26 ਮਤਲਬ ਕਹਿ ਲਓ ਪਹਿਲਾਂ 26 ਤੋਂ ਤੇ ਬਾਅਦ ਦਾ ਜਿਹੜਾ ਡਿਫਰੈਂਸ ਹੈ? ਦੇਖੋ ਜੀ, ਐਵੇਂ ਹੈਗਾ ਵੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਸੀ ਪਹਿਲਾਂ 26 ਤੋਂ, ਤੇ ਹਮੇਸ਼ਾ ਤੋਂ ਸ਼ੁਰੂ ਤੋਂ ਕਰ ਰਹੀ ਸੀ ਮੈਨੂੰ ਰਾਜਨੀਤਿਕ ਰੰਗ ਦਿੱਤਾ ਜਾਵੇ। 26 ਤੋਂ ਪਹਿਲਾਂ ਕਹਿ ਲਓ ਵੀ ਜਦੋਂ ਵੀ ਉਹ ਕੋਈ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਦੀ ਉਹ ਸਕੀਮ 24 ਘੰਟਿਆਂ ਦੇ ਵਿੱਚ ਫੇਲ ਹੋ ਜਾਂਦੀ ਸੀ। ਉਹ ਪ੍ਰੋਪਾਗੈਂਡਾ ਬਣਾਉਂਦੇ ਸੀ, 24 ਘੰਟਿਆਂ ਦੇ ਵਿੱਚ ਲੋਕ ਸੱਚ ਪਤਾ ਕਰ ਲੈਂਦੇ ਸੀ। ਠੀਕ ਹੈ ਨਾ ਜੀ। ਸੋ ਹੁਣ 26 ਤਰੀਕ ਤੋਂ ਬਾਅਦ ਉਹ 24 ਘੰਟੇ ਤੋਂ ਵੱਧ, ਉਹ ਕਈ ਵਾਰੀ 1-2 ਦਿਨ ਵੱਧ ਚੱਲ ਜਾਂਦੀ ਹੋਵੇ ਖਬਰ, ਪਰ ਝੂਠ ਦੇ ਅੱਜ ਵੀ ਕੋਈ ਪੈਰ ਨਹੀਂ ਹੈਗੇ। ਸਾਰਿਆਂ ਦੇ ਸਾਹਮਣੇ ਸੱਚ ਆ ਰਿਹਾ ਚੀਜ਼ਾਂ। ਮੈਟਰ ਆਫ ਕੋਰਟ ਨੇ ਤਾਂ ਮੈਂ ਆਪਾਂ ਨੂੰ ਸ਼ਾਇਦ ਉਹਨਾਂ ਡਿਟੇਲ ਦੇ ਵਿੱਚ ਨਾ ਜਾਈਏ, ਪਰ ਸਭ ਨੂੰ ਪਤਾ ਹੈਗਾ ਵੀ ਕਿਵੇਂ ਕਰਵਾਇਆ ਗਿਆ, ਕੌਣ ਕਿੱਥੇ ਹੁੰਦੀ, ਉਹਨਾਂ ਨੇ ਪੁਲਿਸ ਨੇ ਕਿਹਾ ਹੈਗਾ ਜੀ ਤੁਸੀਂ ਸਾਰਾ ਕੁਝ ਹੁਣ ਲੋਕਾਂ ਦੇ ਸਾਹਮਣੇ ਹੈਗਾ ਵੀ। ਤੇ ਇਸ ਲਈ ਆਪਾਂ ਲੋਕਾਂ ਦੀ ਜੱਜਮੈਂਟ ਤੇ ਛੱਡਦੇ ਹਾਂ ਉਹ ਜੇ 26 ਨੂੰ ਜੋ ਹੋਇਆ। ਪਰ ਜੋ ਉਹ ਤੋਂ ਪਹਿਲਾਂ ਜਿਹੜਾ ਹੋ ਰਿਹਾ ਸੀਗਾ, ਉਦੋਂ ਆਈ ਥਿੰਕ ਮੈਨੂੰ ਲੱਗਦਾ ਸੱਚ ਦੀ ਥੋੜੀ ਜ਼ਿਆਦਾ ਪਕੜ ਸੀ ਅੰਦੋਲਨ ਤੇ। ਹੁਣ ਥੋੜਾ ਜਿਹਾ ਹੈਗਾ ਵੀ ਇਹਨਾਂ ਨੇ ਆਪਦਾ ਪ੍ਰੋਪਾਗੈਂਡਾ ਦੇ ਚੈਨਲਸ ਜਿਹੜੇ ਹੈਗੇ ਨੇ, ਇਨਕਲੂਡਿੰਗ ਫੋਰਨ ਡਿਪਲੋਮੈਟਸ ਤੇ ਦੂਜੇ ਕੰਟਰੀ ਦੇ ਵਿੱਚ ਵੀ, ਤਾਂ ਯੂਨੀਅਨ ਗਵਰਨਮੈਂਟ ਆਫ ਇੰਡੀਆ ਨੇ ਉਹ ਵਧਾ ਲਏ ਨੇ। ਠੀਕ ਹੈ ਜੀ। ਇਹ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਅੰਦੋਲਨ ਹੁਣ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ, ਨਾ ਕਿ ਸਿਰਫ ਦਿੱਲੀ ਦੇ ਬਾਰਡਰਾਂ ਤੇ। ਸੋ ਇਹ 26 ਤਰੀਕ ਤੋਂ ਵੱਧ ਹੁਣ ਮਹਾ ਪੰਚਾਇਤਾਂ ਦੀ ਆਪਾਂ ਸਟਰੈਂਥ ਦੇਖ ਹੀ ਰਹੇ ਹਾਂ ਵੀ ਲੱਖ ਤੋਂ ਉੱਤੇ ਅਟੈਂਡੈਂਸ ਹੋ ਰਹੀ ਹੈ, ਤੇ ਸਰਕਾਰ ਕੇਂਦਰ ਦੀ ਤਾਂ ਹਿੱਲੀ ਹੈ। ਪੂਰਬੀ ਉੱਤਰ ਪ੍ਰਦੇਸ਼ ਹਿੱਲ ਗਿਆ, ਪੂਰਾ ਰਾਜਸਥਾਨ ਹਿੱਲ ਗਿਆ। ਇਹ ਜਿਵੇਂ ਹੁਣ ਵਧਣਗੇ ਦੇਖੋ ਤੁਸੀਂ, ਦੱਖਣ ਭਾਰਤ ਵੱਲ ਡੈਕਨ ਦੇ ਵੱਲ ਜਾਣਗੇ। ਬਾਕੀ ਇਹਦਾ ਰਿਜ਼ਲਟ ਦਿਖੂਗਾ ਤੁਹਾਨੂੰ ਆਈ ਥਿੰਕ ਸੂਰਤ ਇਲੈਕਸ਼ਨ ਦੇ ਵਿੱਚ ਕਹਿੰਦੇ ਵੀ ਦਿਖਿਆ ਇਹਦਾ ਰਿਜ਼ਲਟ ਰੀਸੈਂਟਲੀ ਵੀ। ਗੁਜਰਾਤ ਦੇ ਵਿੱਚ ਵੀ ਕਾਫੀ ਹੁਣ ਗੁਜਰਾਤ ਡਿਵੈਲਪਮੈਂਟ ਮਾਡਲ ਜਿਹੜਾ ਹੈਗਾ ਉਹਦੇ ਬਾਰੇ ਦਿਖ ਰਿਹਾ ਹੈਗਾ ਵੀ ਉਹਦੇ ਵਿੱਚ ਕਿਸਾਨਾਂ ਨੂੰ ਕੀ ਮਿਲਿਆ। ਉਹ ਡਿਵੈਲਪਮੈਂਟ ਮਾਡਲ ਦੇ ਵਿੱਚ ਉਹ ਕੁਝ ਪੁੰਜੇਪਤੀਆਂ ਦੀ ਡਿਵੈਲਪਮੈਂਟ ਹੈਗੀ ਹੈ ਕਿ ਕਿਸਾਨਾਂ ਦੀ ਵੀ ਹੋਈ ਹੈ। ਸੋ ਇਹ ਹੁਣ ਜਿਹੜੀ ਅਕਰੋਸ਼ ਹੈਗਾ, ਤੇ ਜਿਹੜਾ ਕਹਿ ਲਓ ਵੀ ਜਦੋਂ ਇੱਕ ਜ਼ੁਲਮ ਦਾ ਘੜਾ ਭਰ ਜਾਂਦਾ ਜੀ, ਠੀਕ ਹੈ ਜੀ, ਉਹ ਐ ਵੀ ਕੁਦਰਤੀ ਆ ਹੁਣ ਅੰਦੋਲਨ ਦੇ ਵਿੱਚ ਉਹ ਜ਼ਿਆਦਾ ਦਿਖ ਰਿਹਾ ਹੈਗਾ। ਬਾਕੀ ਇਹਨਾਂ ਨੇ ਤਾਂ ਕਸਰ ਆਪਦੇ ਵੱਲੋਂ ਕੋਈ ਛੱਡੀ ਹੈ ਨਹੀਂ ਜੀ, ਵੀ ਆਪਦੇ ਵੱਲੋਂ ਪੂਰਾ ਜ਼ੁਲਮ ਕਰ ਰਹੇ ਨੇ ਗਰੀਬ ਦੇ ਉੱਤੇ, ਮਜ਼ਦੂਰ ਦੇ ਉੱਤੇ, ਆਦੀਵਾਸੀ ਦੇ ਉੱਤੇ। ਸੋ ਇਹ ਆਵਾਜ਼ਾਂ ਹੁਣ ਖੜੀਆਂ ਹੋਣੀਆਂ ਸੀਗੀਆਂ ਜੀ। ਹੁਣ ਇਹ ਇੰਡੀਆ ਦੇ ਵਿੱਚ ਕਹਿ ਲਓ ਵੀ ਪ੍ਰੈਜ਼ੈਂਟ ਡੇ ਸਿਨੈਰੀਓ ਇਹ ਹੈਗਾ ਵੀ ਜੇ ਤੁਸੀਂ ਟੋਪੀ ਪਾ ਕੇ ਹੱਕ ਮੰਗ ਲਿਆ ਤਾਂ ਤੁਸੀਂ ਪਾਕਿਸਤਾਨੀ ਹੋ ਜੀ। ਜੇ ਤੁਸੀਂ ਮੰਨ ਲਓ ਪੱਗ ਬੰਨੀ ਹੈ, ਦੇਸ਼ ਦੀ ਸੇਵਾ ਕੀਤੀ ਹੈ, ਜਾਨਾਂ ਸਭ ਤੋਂ ਵੱਧ ਤੁਸੀਂ ਦਿੰਦੇ ਹੋ, ਸਭ ਤੋਂ ਵੱਧ ਤਿਰੰਗੇ ਦੀ ਲਾਸ਼ਾਂ ਲਿਪਟ ਕੇ ਤੁਹਾਡੇ ਘਰੇ ਆਉਂਦੀਆਂ ਨੇ, ਪਰ ਜਿੱਦਾਂ ਤੁਸੀਂ ਹੱਕ ਮੰਗ ਲਿਆ ਜੀ, ਠੀਕ ਹੈ ਜੀ, ਉਹਦੇ ਤੁਸੀਂ ਖਾਲਿਸਤਾਨੀ ਹੋ। ਠੀਕ ਹੈ ਜੀ। ਜੇ ਤੁਸੀਂ ਆਦੀਵਾਸੀ ਹੋ, ਤੁਸੀਂ ਕੋਈ ਬਾਹਰ ਰਹਿੰਦੇ ਰੂਰਲ ਏਰੀਆ ਦੇ ਵਿੱਚ, ਤੁਹਾਡੀ ਜ਼ਮੀਨ ਦੱਬ ਲਈ, ਤੁਹਾਡੇ ਨਾਲ ਜੋ ਵੀ ਇਹਨਾਂ ਨੇ ਕੀਤਾ ਹੈਗਾ, ਤੁਹਾਨੂੰ ਪਤਾ ਹੀ ਹੈ ਕਿ ਚੰਬਲ ਚ ਡਾਕੂ ਕਿੱਥੋਂ ਬਣੇ ਨੇ, ਹੋਰ ਚੀਜ਼ਾਂ। ਜਿੱਦਾਂ ਤੁਸੀਂ ਹੱਕ ਮੰਗ ਲਿਆ, ਤੁਸੀਂ ਨੈਕਸਲਾਈਟ ਹੋ ਜਾਂ ਡਾਕੂ। ਠੀਕ ਹੈ ਜੀ। ਜੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ, ਪੜ੍ਹੇ ਲਿਖੇ ਹੋ, ਤੁਹਾਡੀ ਦੁਕਾਨ ਦੱਬ ਲਈ, ਤੁਹਾਡਾ ਕੋਈ ਵੀ ਹੱਕ ਦੱਬ ਲਿਆ ਇਹਨਾਂ ਨੇ, ਤੁਸੀਂ ਹੱਕ ਮੰਗ ਲਿਆ, ਫਿਰ ਤੁਸੀਂ ਅਰਬਨ ਨੈਕਸਲਾਈਟ ਹੈਗੇ ਹੋ ਜੀ। ਠੀਕ ਹੈ ਨਾ। ਇਹਨਾਂ ਕੋਲੇ ਹਰੇਕ ਕਿਸੇ ਵਾਸਤੇ ਇੱਕ ਨਾ ਇੱਕ ਸਰਟੀਫਿਕੇਟ ਹੈਗਾ ਜੀ। ਸੋ ਮੇਰੇ ਵਾਸਤੇ ਵੀ ਕੋਈ ਹੋਊਗਾ, ਤੁਹਾਡੇ ਵਾਸਤੇ ਵੀ ਕੋਈ ਹੋਊਗਾ। ਇਹਨਾਂ ਨੂੰ ਆਦਤ ਪੈ ਰੱਖੀ ਹੈ ਸਰਟੀਫਿਕੇਟ ਦੇਣ ਦੀ, ਪ੍ਰੋਪਾਗੈਂਡਾ ਕਰਨ ਦੀ, ਤੇ ਬਹੁਤ ਜਲਦੀ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਲੋਕ ਬਹੁਤ ਸਿਆਣੇ ਨੇ। ਠੀਕ ਹੈ ਨਾ। ਤੁਹਾਡਾ ਪ੍ਰੋਪਾਗੈਂਡਾ ਚੱਲਣਾ ਹੈ ਨਹੀਂ। ਸੋ 26 ਤਰੀਕ ਤੋਂ ਬਾਅਦ ਰੰਗ ਹੁਣ ਸਾਫ਼ ਹੋ ਗਏ ਸਾਰਿਆਂ ਦੇ ਵੀ ਕੌਣ ਕਿੱਥੇ ਖੜਾ ਹੈ, ਬਾਲੀਵੁੱਡ ਵਾਲਾ ਸਟਾਰ ਕਿਹੜਾ ਕਿੱਥੇ ਖੜਾ ਹੈ। ਸੋ ਉਹ ਮੁੜੇ ਆਉਣਗੇ ਟਾਈਮ ਨਾਲ ਆਈ ਥਿੰਕ, ਕਿਉਂਕਿ ਆਪਾਂ ਤਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਪਹਿਲੇ 3 ਸ਼ਬਦਾਂ ਦੇ ਜੇ ਆਪਾਂ ਰਹਿ ਲਈਏ ਤਾਂ ਗੱਲ ਤਾਂ ਇਹ ਹੈ ਵੀ ਉਹਨਾਂ ਦੇ ਵਿੱਚ ਵੀ ਰੱਬ ਹੈਗਾ, ਤੇ ਉਹਨਾਂ ਨੂੰ ਵੀ ਆਪਾਂ ਮੌਕਾ ਦਈਏ, ਉਹਨਾਂ ਦਾ ਵੀ ਜ਼ਮੀਰ ਆਪਾਂ ਜਗਾਈਏ, ਤੇ ਉਹਨਾਂ ਦੀ ਸੈਲਫ ਰਿਸਪੈਕਟ ਨੂੰ ਹਾਰਮ ਨਾ ਕਰੀਏ, ਉਹਨਾਂ ਨੂੰ ਟਾਈਮ ਦਈਏ ਆਈ ਥਿੰਕ ਵੀ ਜਿਹੜੇ ਲੋਕ ਉਵੇਂ ਸੋਚਦੇ ਨੇ। ਸੋ ਹੋਪਫੁਲੀ ਉਹ ਵੀ ਆ ਜਾਣਗੇ ਵਾਪਸ ਜਲਦੀ। ਨਹੀਂ, ਇੱਕ 26 ਤਰੀਕ ਤੋਂ ਬਾਅਦ, ਕਿਉਂਕਿ ਤੁਸੀਂ ਉੱਥੇ ਸੀ, ਵਿੱਚ ਸੀ, ਇਨਸਾਈਡ ਤੁਸੀਂ ਕਾਫੀ ਕੁਝ ਦੇਖਿਆ ਸਮਝਿਆ ਵੀ ਹੈਗਾ। 26 ਤੋਂ ਬਾਅਦ ਜਿਹੜਾ ਇੱਕ ਨੌਜਵਾਨਾਂ ਦਾ ਵਖਰੇਵਾਂ, ਮਤਲਬ ਆਈਡੀਓਲੋਜੀਕਲੀ ਕਹਿ ਲਓ ਉਹਨੂੰ, ਜਾਂ ਸਿੱਖਾਂ ਵਿਚਾਲੇ ਸਿੱਖ ਥਾਟ ਤੇ ਜਿਹੜੀ ਸਾਡੀ ਲੈਫਟਿਸਟ ਥਾਟ ਹੈਗੀ ਹੈ ਉਹਦੇ ਵਿਚਾਲੇ ਵਖਰੇਵਾਂ, ਲੀਡਰਸ਼ਿਪ ਦਾ ਕਨੈਕਟ ਨਾ ਕਰ ਪਾਉਣਾ, ਗਰਾਊਂਡ ਲੈਵਲ ਦੇ ਉੱਤੇ ਇਦਾਂ ਦੇ ਸਵਾਲ ਉੱਠਣੇ, ਇਹ ਜਿਹੜੇ ਡਿਫਰੈਂਸਿਸ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਿਆ? ਇਹ ਦੇਖੋ ਜੀ, ਐਵੇਂ ਹੁੰਦਾ ਸੰਤਰਾ ਹੁੰਦਾ ਨਾ ਜੀ, ਬਾਹਰੋਂ ਇੱਕ ਦਿਖਦਾ ਹੈਗਾ। ਠੀਕ ਹੈ ਨਾ ਜੀ। ਹੁਣ ਤੁਸੀਂ ਆਪਦੇ ਬਜ਼ੁਰਗਾਂ ਨਾਲ ਬਹਿਨੇ ਹੋ, ਤੁਸੀਂ ਆਪਦੇ ਬਜ਼ੁਰਗਾਂ ਨਾਲ ਜੁੜੇ ਵੀ ਹੋਏ ਹੋ, ਪਰ ਆਪਾਂ ਆਪਦੇ ਬਜ਼ੁਰਗਾਂ ਨਾਲ ਕਿੰਨੇ ਚੀਜ਼ਾਂ ਦੇ ਵਿੱਚ ਡਿਫਰੈਂਟ ਵੀ ਹੈਗੇ। ਸੋ ਡਿਫਰੈਂਸਿਸ ਤਾਂ ਹੋਣੇ ਵਧੀਆ ਗੱਲ ਹੈ। ਪਹਿਲੀ ਗੱਲ ਤਾਂ ਇਹ ਤਾਂ ਸੰਤਰਾ ਵੀ ਤਾਂ ਅੰਦਰੋਂ ਫਾੜੀਆਂ ਹੁੰਦੀਆਂ ਹੀ ਨੇ। ਤੋ ਇਹ ਤਾਂ ਇਹ ਹੈਗਾ
ਵੀ ਇਹ ਤਾਂ ਪਹਿਲਾਂ ਹੀ ਸੀ। ਇਹ ਕਦੋਂ ਸੀਗਾ ਵੀ ਲੈਫਟ ਵਾਲੇ ਜਾਂ ਕਾਮਰੇਡ ਤੇ ਸਿੱਖ ਵਾਲੇ ਇਹ ਸਾਰੇ ਇੱਕ ਥਾਟ ਤਾਂ ਕਦੇ ਸੀਗਾ ਹੀ ਨਹੀਂ। ਇਹ ਤਾਂ ਸ਼ੁਰੂ ਤੋਂ ਹੀ ਸੀਗਾ ਨਾ। ਇਹ ਤਾਂ ਹੋਇਆ ਨਹੀਂ ਬਾਰਡਰ ਤੇ ਜਾ ਕੇ ਉਹਨਾਂ ਨੂੰ ਨਵੀਂ ਗੋਲੀ ਮਿਲ ਗਈ, ਉਹਨਾਂ ਨੇ ਅੱਡ ਹੋ ਗਏ। ਕੋਈ ਉਹੋ ਜਿਹੀ ਮੂਵਮੈਂਟ ਨਹੀਂ ਹੋਈ ਹੈਗੀ, ਕੋਈ ਪੋਲੀਟੀਕਲ ਥਾਟ ਨਹੀਂ ਕ੍ਰੀਏਟ ਕੀਤਾ ਗਿਆ ਉੱਥੇ ਕਿਸੇ ਵੀ ਬਾਰਡਰ ਤੇ। ਸੋ ਕਹਿਣ ਤੋਂ ਭਾਵ ਇਹ ਤਾਂ ਪਹਿਲਾਂ ਹੀ ਅੱਡ ਸੀਗੇ, ਬਟ ਇਹ ਹੈਗਾ ਵੀ ਆਪਾਂ ਸਾਰੇ ਇੱਕ ਮਿਸ਼ਨ ਤੇ ਆ। ਜਦੋਂ ਤੋਂ ਆਪਣਾ ਦੇਸ਼ ਬਣਿਆ, ਆਜ਼ਾਦੀ ਦੀ ਜੰਗ ਚੱਲ ਰਹੀ ਸੀ, ਭਗਤ ਸਿੰਘ, ਆਪਣਾ ਨੇਤਾ ਜੀ ਬੋਸ ਹੋ ਗਏ, ਇੱਕ ਥੋੜੇ ਇੰਡੀਅਨ ਕਾਂਗਰਸ ਵਾਲੇ ਹੋ ਗਏ, ਗੰਗਾਧਰ ਤਿਲਕ ਵਾਲੇ ਹੋ ਗਏ, ਸਾਰਿਆਂ ਦਾ ਅੱਡ ਅੱਡ ਰੈਵੋਲੂਸ਼ਨ ਦਾ ਆਈਡੀਆ ਸੀਗਾ ਜੀ, ਤੇ ਸਾਰਿਆਂ ਦਾ ਆਪਦਾ ਤਰੀਕਾ ਸੀਗਾ ਸੋਚਣ ਦਾ। ਸੋ ਅੱਡ ਹੋਣਾ ਇਜ਼ ਗੁੱਡ, ਠੀਕ ਹੈ ਨਾ, ਡਿਫਰੈਂਟ ਹੋਣਾ ਇਜ਼ ਗੁੱਡ। ਜਿੱਥੇ ਡਿਫਰੈਂਸਸ ਨਹੀਂ ਹੈਗੇ ਮਤਲਬ ਉੱਥੇ ਪ੍ਰੋਬਲਮ ਹੈ ਕੋਈ। ਸੋ ਅਬ ਮੈਂ ਤਾਂ ਇਹਨੂੰ ਇਸ ਤਰੀਕੇ ਨਾਲ ਮੰਨਦਾ। ਦੂਜੀ ਗੱਲ, ਇਹ ਹਾਈਲਾਈਟ ਕੌਣ ਕਰ ਰਿਹਾ ਡਿਫਰੈਂਸਸ, ਕੌਣ ਦਿਖਾ ਰਿਹਾ ਹੈਗਾ, ਕਿਹਦਾ ਮੀਡੀਆ ਨੈਰੇਟਿਵ ਬਿਲਡ ਕਰ ਰਿਹਾ ਹੈਗਾ? ਕਿਉਂਕਿ ਅੱਡ ਤਾਂ ਹੋਏ ਨਾ ਜੇ ਕਿਸੇ ਨੌਜਵਾਨ ਨੇ ਕਿਸਾਨ ਅੰਦੋਲਨ ਦੇ ਖਿਲਾਫ ਗੱਲ ਕੀਤੀ ਹੈ, ਕਿਸੇ ਨੌਜਵਾਨ ਨੇ ਅਨੁਸ਼ਾਸਨਹੀਨ ਦੀ ਗੱਲ ਕੀਤੀ ਹੈ। ਚੜੂਨੀ ਸਾਹਿਬ ਦਾ ਤੁਸੀਂ ਬਿਆਨ ਚੱਕ ਕੇ ਦੇਖੋ, ਉਹ ਕੀ ਕਹਿੰਦੇ ਨੇ ਵੀ ਨੌਜਵਾਨ ਆਪ ਮਾਰੇ ਨਾ ਹੋਣ ਕਦੇ ਵੀ, ਜੇ ਤੁਹਾਨੂੰ ਪੁਲਿਸ ਗ੍ਰਿਫਤਾਰ ਕਰਨ ਆਉਂਦੀ। ਹੁਣ ਦੇਖੋ ਜੀ, ਤੁਸੀਂ ਸੈਲਫ ਡਿਫੈਂਸ 'ਚ ਆਪ ਬਚਣਾ। ਆਪਾਂ ਅਮਰੀਕਾ 'ਚ ਰਹਿੰਦੇ ਆ, ਰਾਈਟ ਟੂ ਬੇਅਰ ਆਰਮਸ ਹੈ ਉਰੇ। ਕਿਉਂ ਬੇਅਰ? ਇਹ ਤਾਂ ਹੈ ਨਹੀਂ ਵੀ ਤੁਸੀਂ ਬੰਦੂਕ ਚੱਕ ਕੇ ਕਿਸੇ ਦੇ ਘਰੇ ਜਾ ਗੋਲੀ ਮਾਰਿਓ, ਆਪਦੀ ਸੈਲਫ ਡਿਫੈਂਸ ਵਾਸਤੇ ਹੀ ਹੈ ਨਾ ਜੀ। ਸੋ ਆਪਾਂ ਉਵੇਂ ਸੈਲਫ ਡਿਫੈਂਸ ਵਾਸਤੇ ਆਪਣੀ ਜੁਡੀਸ਼ਰੀ ਆਪਣੇ ਕੋਲੇ। ਹੁਣ ਜੁਡੀਸ਼ਰੀ ਆਪਣਾ ਕੰਮ ਕਰ ਨਹੀਂ ਰਹੀ। ਜੇ ਜੁਡੀਸ਼ਰੀ ਇੰਡੀਪੈਂਡੈਂਟ ਹੋਵੇ, ਆਪਦਾ ਕੰਮ ਕਰੇ। ਜੁਡੀਸ਼ਰੀ ਆ ਰੱਖੀ ਹੈ ਇਸ ਟਾਈਮ ਤੇ ਹੋਮ ਮਿਨਿਸਟਰੀ ਦੇ ਅੰਡਰ ਕਹਿ ਲਓ ਜਾਂ ਜੋ ਵੀ ਕਹਿ ਲਓ, ਇਨਫਲੂਐਂਸ ਆਫ ਦ ਯੂਨੀਅਨ ਗਵਰਨਮੈਂਟ, ਪਰਚੇ ਕੱਟ ਰਹੇ ਨੇ, ਹੋਰ ਚੀਜ਼ਾਂ ਹੋ ਰਹੀਆਂ ਨੇ, ਚਾਰਜ ਸ਼ੀਟਾਂ ਦਾ ਫਾਈਲ ਨਹੀਂ ਹੁੰਦੀਆਂ, ਸੈਡੀਸ਼ਨ ਦੇ ਚਾਰਜ ਬਣਾਉਂਦੇ ਨੇ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਹੈਗਾ, ਹੱਕ ਮੰਗਣਾ ਸੈਡੀਸ਼ਨ ਕਿੱਥੋਂ ਹੋਇਆ ਜੀ? ਤੇ ਤੁਸੀਂ ਹੁਣ ਨਾਲੇ ਕਲੀਅਰ ਦਿਸ਼ਾ ਰਵੀ ਦੇ ਕੇਸ ਦੇ ਵਿੱਚ ਵੀ ਸੈਡੀਸ਼ਨ ਦੇ ਉਹਦੇ ਉੱਤੇ ਕਮੈਂਟ ਬਹੁਤ ਵਧੀਆ ਦਿੱਤਾ ਹੈਗਾ ਮਾਨਯ ਸੁਪਰੀਮ ਕੋਰਟ ਨੇ, ਵੀ ਕਿਸੇ ਇੱਕ ਪੋਲੀਟੀਕਲ ਪਾਰਟੀ ਦੀ ਵੈਨਿਟੀ ਜਾਂ ਹੰਕਾਰ ਨੂੰ ਵੰਗਾਰਨਾ। ਇੱਕ ਪੋਲੀਟੀਕਲ ਪਾਰਟੀ, ਜੇ ਤੁਸੀਂ ਨੌਨ ਬੀਜੇਪੀ ਹੋ ਤਾਂ ਮਤਲਬ ਤੁਸੀਂ ਐਂਟੀ ਨੈਸ਼ਨਲ ਨਹੀਂ ਹੋ ਸਕਦੇ ਜੀ। ਐਂਟੀ ਗਵਰਨਮੈਂਟ, ਤੁਸੀਂ ਪੈਟਰੀਅਟ ਦੀ ਡੈਫੀਨੇਸ਼ਨ ਚੱਕੋ, ਅਮਰੀਕਨ ਪੈਟਰੀਅਟ ਦੀ। ਪੈਟਰੀਅਟ ਉਹ ਹੈਗਾ ਜਿਹੜਾ ਸਮੇਂ ਦੀ ਸਰਕਾਰ ਨਾਲ ਮੱਥਾ ਲਾ ਸਕਿਆ ਉਹਦੇ ਦੇਸ਼ ਵਾਸਤੇ ਜੀ। ਇਹ ਥੋੜੀ ਹੈਗਾ ਜਿਹੜਾ ਸਮੇਂ ਦੀ ਸਰਕਾਰ ਦੇ ਨਾਲ ਮਿਲ ਜੇ, ਉਹ ਤਾਂ ਮੌਕਾ ਪ੍ਰਸਤ ਹੋਇਆ, ਉਹ ਪੈਟਰੀਅਟ ਕਿੱਥੋਂ ਹੋਇਆ? ਸੋ ਸਰਕਾਰ ਦੇ ਖਿਲਾਫ ਹੀ ਤਾਂ ਮੱਥਾ ਲਾਉਣਾ ਹੁੰਦਾ ਹੈਗਾ। ਸੋ ਕਹਿਣ ਤੋਂ ਭਾਵ ਜੇ ਸਰਕਾਰ ਦੇ ਖਿਲਾਫ ਬੋਲਾਂਗੇ ਆਪਾਂ, ਕਿਉਂਕਿ ਰਸਤਾ ਹੀ ਕੋਈ ਬਚਿਆ ਨਹੀਂ, ਆਪੋਜੀਸ਼ਨ ਮਰ ਚੁੱਕੀ ਹੈ। ਫੈਸਿਜ਼ਮ ਜਿਹੜਾ ਹੈਗਾ ਉਹਦੀ ਡੈਫੀਨੇਸ਼ਨ ਗੂਗਲ ਕਰੋ ਜੀ, ਜਿੰਨੇ ਉਹਦੇ ਹੈਗੇ ਨੇ ਐਟਰੀਬਿਊਟ, ਸਾਰਿਆਂ ਨੂੰ ਤੇ ਚੈੱਕ ਪੁਆਇੰਟ ਮਾਰ ਚੁੱਕੇ। ਆਪੋਜੀਸ਼ਨ ਖਤਮ ਹੈ ਜੀ। ਆਪੋਜੀਸ਼ਨ ਕੌਣ ਹੈ? ਸੜਕਾਂ ਤੇ ਬੈਠਾ ਐਕਟਿਵਿਸਟ, ਜੋ ਆਪਦੀ ਪ੍ਰੋਟੈਕਸ਼ਨ ਹੀ ਨਹੀਂ ਕਰ ਸਕਦਾ। ਹਿਊਮਨ ਰਾਈਟ ਗਰੁੱਪ ਸਾਰੇ ਇੰਡੀਆ ਜਾ ਚੁੱਕੇ ਨੇ, ਉਹ ਹਿਊਮਨ ਰਾਈਟ ਨੂੰ ਬਚਾਊਗਾ ਨਹੀਂ, ਠੀਕ ਹੈ ਨਾ। ਉਹ ਕਿੱਥੋਂ ਜਾਊਗਾ? ਆਪ ਹੀ ਆਪਦੀ ਪ੍ਰੋਟੈਕਸ਼ਨ ਕਰੂਗਾ ਨਾ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਵੀ ਜੋ ਸਾਰੇ ਰਸਤੇ ਫੇਲ ਹੋ ਜਾਣ ਤਾਂ ਫਿਰ ਆਪਦੀ ਪ੍ਰੋਟੈਕਸ਼ਨ ਕਰਨ ਦਾ ਰਸਤਾ ਵੀ ਉਹਨੇ ਦੱਸਿਆ ਹੈਗਾ। ਹਜੇ ਤਾਂ ਚਲੋ ਆਪਾਂ ਉੱਥੇ ਤੱਕ ਪਹੁੰਚੇ ਨਹੀਂ, ਕੋਈ ਹਜੇ ਵੀ ਆਪਣਾ ਹੈਗਾ ਯਕੀਨ ਹੈਗਾ ਸਰਕਾਰ ਦੇ ਵਿੱਚ ਜੀ, ਤੋਂ ਜੁਡੀਸ਼ਰੀ ਦੇ ਵਿੱਚ। ਸੋ ਕਹਿਣ ਤੋਂ ਭਾਵ ਵੀ ਯੂਥ ਨੇ ਕਦੋਂ ਇਹ ਗੱਲ ਕੀਤੀ ਹੈ ਵੀ ਤੁਸੀਂ ਅੱਡ ਆ ਜਾਂ ਡਿਫਰੈਂਸ? ਮੈਨੂੰ ਤਾਂ ਲੱਗਦਾ ਨਹੀਂ। ਇਹ ਇੱਕ ਮੀਡੀਆ ਦਾ ਨੈਰੇਟਿਵ ਹੈ, ਉਹ ਵੀ ਜਲਦੀ ਹੀ ਅੱਡ ਹੋ ਜਾਣਾ। ਤੇ ਇਹਦੇ ਨਾਲ ਹੁਣ ਇਹ ਹੋਇਆ ਹੈਗਾ ਵੀ ਇਹਦੇ ਨਾਲ ਇੱਕ ਨਵੀਂ, ਮੈਨੂੰ ਲੱਗਦਾ ਹੈ, ਸ਼ੁਰੂਆਤ ਹੈ ਇਹ ਇੱਕ ਅੰਦੋਲਨ ਦੀ। ਹਜੇ ਤਾਂ ਸ਼ੁਰੂਆਤ ਹੀ ਹੈ ਬੇਸਿਕਲੀ, ਕਿਉਂਕਿ ਫਾਰਮ ਫੇਜ਼ ਹੈਗਾ ਹਜੇ। ਜਿਵੇਂ ਆਪਾਂ ਟੀਮ ਮੇਕਿੰਗ ਦੇ ਵਿੱਚ, ਆਰਗੇਨਾਈਜੇਸ਼ਨ ਬਿਹੇਵੀਅਰ ਦੇ ਵਿੱਚ ਗੱਲ ਕਰਦੇ ਨਾ, ਵੀ ਸ਼ੁਰੂ ਦਾ ਜਿਹੜਾ ਇੱਕ ਫੇਸ ਹੁੰਦਾ ਜਿਹਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ, ਡਿਫਰੈਂਸਿਸ ਹੁੰਦੇ ਨੇ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਬਜ਼ੁਰਗਾਂ ਦੀ ਰਿਸਪੌਂਸਿਬਿਲਿਟੀ ਉਹਨੂੰ ਸਮਝ ਆ ਗਈ ਵੀ ਨੌਜਵਾਨ ਨੂੰ ਬਚਾਉਣਾ ਹੈ। ਹੁਣ ਬਚਾ ਹੀ ਰਹੇ ਆ ਆਪਾਂ। ਸੋ ਕਹਿਣ ਤੋਂ ਭਾਵ ਇਹ ਇੱਕ ਫੇਸ ਸੀਗਾ, ਜ਼ਰੂਰੀ ਸੀ ਆਉਣਾ, ਉਹ ਆਪਾਂ ਟੱਪ ਕੇ ਅੰਦੋਲਨ ਦਿਨ ਪਰ ਦਿਨ ਆਪਦੇ ਜੀ ਜੋਬਨ ਤੇ ਜਾ ਰਿਹਾ, ਠੀਕ ਹੈ ਜੀ। ਇਹ ਇਹਨਾਂ ਨੂੰ ਹਜਮ ਨਹੀਂ ਹੁੰਦਾ ਹੈਗਾ, ਇਹ ਹੁਣ ਕੋਈ ਇਹਨਾਂ ਨੂੰ ਰੀਜ਼ਨ ਮਿਲ ਨਹੀਂ ਰਿਹਾ। ਸੋ ਇਹ ਕੋਈ ਝੂਠੀ ਮੋਟੀ ਕੋਈ ਚੀਜ਼ ਲੱਭਣ ਦੀ ਕੋਸ਼ਿਸ਼ ਕਰਨਗੇ। ਬਾਕੀ ਤੁਹਾਨੂੰ ਪਤਾ ਹੀ ਹੈਗਾ ਵੀ 24 ਘੰਟੇ ਤੋਂ ਬਾਅਦ ਇਹਨਾਂ ਦਾ ਝੂਠ ਚੱਲਣਾ ਨਹੀਂ ਹੈਗਾ। ਸੋ ਜਾਂਦੇ ਜਾਂਦੇ ਮੈਂ ਜ਼ਰੂਰ ਇੱਕ ਤੇ ਖਾਸ ਤੌਰ ਤੇ ਜਦੋਂ ਅਸੀਂ ਬਾਹਰਲੇ, ਤੁਸੀਂ ਵੀ ਬਾਹਰੋਂ ਗਏ ਹੋ, ਇੱਥੇ ਅਮਰੀਕਾ ਦੇ ਵਿੱਚ ਸੀ ਜਦੋਂ ਤੁਸੀਂ ਗਏ ਹੋ, ਹੁਣ ਵਾਪਸ ਤੁਸੀਂ ਅਮਰੀਕਾ ਆਏ ਹੋ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਤੇ ਬਾਹਰਲੇ ਜਿਹੜਾ ਡਾਇਸਪੋਰਾ ਆ ਇਹਦੇ ਰੋਲ ਬਾਰੇ ਤੁਸੀਂ ਕੀ ਸਮਝਦੇ ਹੋ? ਤੇ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਲਈ ਕੋਈ ਮੈਸੇਜ, ਸੁਨੇਹਾ ਤੁਹਾਡਾ? ਹਾਂਜੀ ਦੇਖੋ ਜੀ, ਐਵੇਂ ਹੈਗਾ ਵੀ ਆਪਾਂ ਗੱਲ ਕਰਦੇ ਹਾਂ ਆਜ਼ਾਦੀ ਦੀ। ਆਜ਼ਾਦੀ ਦਾ ਮਤਲਬ ਕੀ ਹੈ? ਆਪਾਂ ਗੱਲ ਕਰਦੇ ਹਾਂ ਲੈਂਡ ਆਫ ਦ ਫ੍ਰੀ, ਹੋਮ ਆਫ ਦ ਬਰੇਵ, ਹੈ ਨਾ। ਆਪਾਂ ਯੂਐਸ ਦੀ ਗੱਲ ਕਰਦੇ ਹਾਂ, ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ, ਆਪਾਂ ਗੱਲ ਕਰਦੇ ਹਾਂ ਕਿਸੇ ਵੀ ਮੁਲਕ ਦੀ ਜਿਹੜਾ ਆਪਦੇ ਆਪ ਨੂੰ ਆਜ਼ਾਦ ਕਹਿੰਦਾ। ਆਜ਼ਾਦੀ ਦੇ ਬੇਸਿਕ ਚੀਜ਼ਾਂ ਕੀ ਨੇ ਜੀ? ਤੁਹਾਨੂੰ ਬੋਲਣ ਦੀ ਆਜ਼ਾਦੀ, ਫਰੀडम ਆਫ ਐਕਸਪ੍ਰੈਸ਼ਨ। ਫਿਰ ਤੁਹਾਨੂੰ ਕੋਈ ਵੀ ਓਪਰਚੁਨਿਟੀ ਪਰਸੂ ਕਰਨ ਦੀ, ਜਿਹੜਾ ਤੁਹਾਡਾ ਗੋਡ ਗਿਵਨ ਪੋਟੈਂਸ਼ੀਅਲ ਹੈ ਜੀ, ਠੀਕ ਹੈ ਨਾ, ਉਹ ਆਜ਼ਾਦੀ ਹੋ ਗਈ। ਫਿਰ ਹੋ ਗਿਆ ਤੁਹਾਨੂੰ ਕੁਝ ਵੀ ਪਹਿਨਣ ਦੀ ਆਜ਼ਾਦੀ ਹੋ ਗਿਆ। ਮੈਨੂੰ ਲੱਗਦਾ ਵੀ ਜਦੋਂ ਤੱਕ ਤੁਸੀਂ ਕੋਈ ਕਿਸੇ ਨੂੰ ਤੰਗ ਨਹੀਂ ਕਰ ਰਹੇ। ਕੁਝ ਵੀ ਖਾਣ ਦੀ ਆਜ਼ਾਦੀ ਹੋ ਗਿਆ, ਇਹ ਕੁਝ ਬੇਸਿਕ ਚੀਜ਼ਾਂ ਨੇ ਹੈਗੀਆਂ ਨੇ। ਆਪਦਾ ਕੁਝ ਵਰਸ਼ਿਪ, ਬੇਸਿਕ ਤੁਹਾਡੀਆਂ ਨੀਡਸ ਨੇ, ਨੈਸੈਸਿਟੀਜ਼ ਨੇ, ਆਪਦੇ ਆਪਣਾ ਖਾਣਾ ਖਾਣ ਦੀ ਆਜ਼ਾਦੀ, ਵਰਕਸ਼ਿਪ ਕਰਨ ਦੀ ਆਜ਼ਾਦੀ। ਸੋ ਇਹ ਜਿਹੜਾ ਅੰਦੋਲਨ ਹੈਗਾ ਜੀ, ਇਹ ਨਾ ਇੱਕ ਆਜ਼ਾਦੀ ਦੀ ਜੰਗ ਵਾਂਗੂ ਮੈਂ ਸਮਝਦਾ ਇਹਨੂੰ। ਤੇ ਜਿਵੇਂ ਉਦੋਂ ਗਦਰ ਪਾਰਟੀ ਆਈ ਸੀ ਅਮਰੀਕਾ ਤੋਂ ਜੀ, ਠੀਕ ਹੈ ਜੀ, ਹੋਰ ਵੱਖ-ਵੱਖ ਕੰਟਰੀ ਦੇ ਵਿੱਚੋਂ ਕੰਮ ਗਾਟੋ ਮਾਰੂ, ਕਿੰਨੀਆਂ ਸਟੋਰੀਆਂ ਆਪਣੇ ਕੋਲ ਹੈਗੀਆਂ ਨੇ ਵੀ ਦੂਜੇ ਅਜੀਤ ਸਿੰਘ, ਚਾਚਾ ਅਜੀਤ ਸਿੰਘ ਵੀ ਕਿੰਨੇ ਕੰਟਰੀਆਂ ਦੇ ਵਿੱਚ ਉਹਨਾਂ ਦਾ ਸੀਗਾ। ਸੋ ਮੈਂ ਸੋਚਦਾ ਇੱਕ ਤਾਂ ਇੰਟਰਨੈਸ਼ਨਲ ਅੰਦੋਲਨ ਆ। ਦੂਜੀ ਗੱਲ ਹੈ ਵੀ ਜਿਹੜੀ ਆਜ਼ਾਦੀ ਆਪਣੀ 1947 ਦੇ ਵਿੱਚ ਰਹਿ ਗਈ ਸੀ ਮਿਲਣੀ, ਕਿਉਂਕਿ ਇੱਕ ਟ੍ਰਾਂਸਫਰ ਆਫ ਪਾਵਰ ਹੋਇਆ ਸੀਗਾ ਇੰਡੀਅਨ ਇੰਡੀਪੈਂਡੈਂਸ ਐਕਟ ਦੇ ਤਹਿਤ, ਜਿਹੜਾ ਬ੍ਰਿਟਨ 'ਚ ਪਾਸ ਹੋਇਆ ਸੀ ਜੀ। ਸੋ ਉਹ ਇਹਨੇ ਪੂਰਾ ਕਰਨਾ ਹੈਗਾ, ਮੈਨੂੰ ਇਹ ਲੱਗਦਾ ਅੰਦੋਲਨ ਨੇ। ਇਹ ਅੰਦੋਲਨ ਹੈਗਾ ਨਾ ਸਿਰਫ ਕਿਸਾਨਾਂ ਦਾ, ਇਹ ਉਸ ਆਜ਼ਾਦੀ ਦਾ ਵੀ ਅੰਦੋਲਨ ਹੈ ਜੀ,
ਵੀ ਜਿਹੜਾ ਘੋੜਾ ਹੈਗਾ ਆਪਣੇ ਨੈਸ਼ਨਲ ਐਂਬਲਮ ਦੇਖੀ ਆਪਾਂ, ਜਿਹੜਾ ਘੋੜਾ ਤੇ ਬੈਲ ਥੱਲੇ ਲੱਗਿਆ ਹੋਇਆ, ਇਹ ਵੀ ਦੱਸਣਾ ਚਾਹੁੰਦੇ ਆ ਅਸੀਂ ਵੀ ਜਿਹੜਾ ਘੋੜਿਆਂ ਨੂੰ ਤੁਸੀਂ ਗੋਲੀ ਮਾਰੀ ਹੈ, ਠੀਕ ਹੈ, ਕਿੰਨੇ ਘੋੜੇ ਤੁਸੀਂ ਮਾਰਤੇ ਨਜਾਇਜ਼, ਠੀਕ ਹੈ ਨਾ, ਉਹ ਘੋੜੇ ਵੀ ਹਿਸਾਬ ਤਾਂ ਮੰਗ ਰਹੇ ਨੇ ਆਪਦਾ, ਠੀਕ ਹੈ ਨਾ, ਉਹਨਾਂ ਦਾ ਵੀ ਖਾਣੇ ਵਾਸਤੇ ਅਸੀਂ ਲੜ ਰਹੇ ਹਾਂ, ਉਹਨਾਂ ਨੂੰ ਠੀਕ ਕਰਨ ਵਾਸਤੇ ਵੀ ਕਿਸਾਨ ਪੁੱਤਰ ਲੱਗੇ ਹੋਏ ਨੇ। ਉਹ ਤੋਂ ਜਿਹੜੇ ਬੈਲ ਨੇ ਜਿਨ੍ਹਾਂ ਨੇ ਆਪਣਾ ਕੰਟਰੀ ਬੈਲਾਂ ਨਾਲ ਹੱਲਾਂ ਨਾਲ ਜੋਧਿਆ ਗਿਆ, ਨਾ ਕਿ ਹਥਿਆਰ ਨਾਲ ਬਣਾਇਆ ਗਿਆ, ਉਹ ਵੀ ਹਿਸਾਬ ਤਾਂ ਮੰਗ ਰਹੇ ਨੇ ਆਪਦਾ, ਵੀ ਕਿਤੇ ਸਾਡੀ ਫੋਟੋ ਲਾ ਕੇ ਉਰੇ ਕਿਸੇ ਹੋਰ ਜਾਨਵਰ ਦੀ ਤਾਂ ਲਾ ਦੋਗੇ। ਸੋ ਕਹਿਣ ਤੋਂ ਭਾਵ ਇਹ ਪੂਰੇ ਪ੍ਰਕਿਰਤੀ ਦਾ ਜਨ ਅੰਦੋਲਨ ਹੈ ਜੀ, ਤੇ ਉਹਦੇ ਵਿੱਚ ਸਾਰੇ ਆਪਦਾ ਹਿੱਸਾ ਪਾ ਰਹੇ ਨੇ ਜਿਨ੍ਹਾਂ ਦਾ ਜ਼ਮੀਰ ਜਾਗ ਰਿਹਾ ਜੀ, ਤੇ ਜਿਨ੍ਹਾਂ ਨਹੀਂ ਜਾਗਿਆ ਹੈਗਾ ਉਹਦੇ ਵਾਸਤੇ ਵੇਟ ਹੋ ਰਹੀ ਹੈ ਵੀ ਉਹ ਕਦੋਂ ਜਾਗੂਗਾ। ਸੋ ਉਹਦੇ ਵਾਸਤੇ ਕ੍ਰਾਂਤੀ ਕਰਨੀ ਜ਼ਰੂਰੀ ਹੈ ਜੀ, ਉਹਦੇ ਵਾਸਤੇ ਅਵੇਅਰਨੈਸ ਫੈਲਾਉਣੀ ਜ਼ਰੂਰੀ ਹੈ, ਉਹਦੇ ਵਾਸਤੇ ਇੱਕ ਕਨਵਰਸੇਸ਼ਨ ਇਨੀਸ਼ੀਏਟ ਕਰਨੀ ਜ਼ਰੂਰੀ ਹੈ ਹਰੇਕ ਉਹ ਮਨੁੱਖ ਨਾਲ। ਮੈਂ ਕਹਿੰਦਾ ਓਵਰ ਚਾਹ ਹੋਵੇ, ਓਵਰ ਕਾਫੀ ਹੋਵੇ, ਓਵਰ ਡਾਈਨਿੰਗ ਟੇਬਲ ਹੋਵੇ, ਓਵਰ ਕਲਾਸਰੂਮ ਹੋਵੇ, ਸਾਰਿਆਂ ਨੂੰ ਇਸ ਗੱਲ ਬਾਰੇ ਕਨਵਰਸੇਸ਼ਨ ਘੱਟ ਤੋਂ ਘੱਟ ਇਨੀਸ਼ੀਏਟ ਕਰਨੀ ਚਾਹੀਦੀ ਹੈ ਵੀ ਹੋ ਕੀ ਰਿਹਾ, ਵੀ ਕਿਉਂ 250 ਤੋਂ ਵੱਧ ਲੋਕ ਆਪਦੀ ਜਾਨ ਗਵਾ ਚੁੱਕੇ ਨੇ, ਕਿਉਂ ਲੋਕ ਹਜੇ ਵੀ ਮਿਸਿੰਗ ਨੇ, ਜੇਲ੍ਹਾਂ ਦੇ ਵਿੱਚ ਨੇ, ਕਿਉਂ, ਮਤਲਬ ਇਹ ਸਾਰਾ ਕੁਝ ਦੇ ਉੱਤੇ ਆਪਾਂ ਨੂੰ ਖੁੱਲੀਆਂ ਅੱਖਾਂ ਦੇ ਨਾਲ, ਜਿਵੇਂ ਭਗਤ ਸਿੰਘ ਨੇ ਕਿਹਾ, ਕੁਐਸਚਨ ਪੁੱਛਣੇ ਚਾਹੀਦੇ ਨੇ ਆਪਦੇ ਮਨ ਦੇ ਵਿੱਚ, ਚਾਹੇ ਕਿਸੇ ਹੋਰ ਨੂੰ ਪੁੱਛੋ, ਆਪਦੀ ਇੰਡੀਪੈਂਡੈਂਟ ਰਿਸਰਚ ਕਰੋ ਕਿਸੇ ਪੋਲੀਟੀਕਲ ਥਾਟ ਦੇ ਉੱਤੇ। ਮੈਂ ਤਾਂ ਇਹ ਕਹਿਣਾ ਹੈਗਾ ਵੀ ਇਹ ਪੋਲੀਟੀਕਲ ਹੈ ਹੀ ਨਹੀਂ ਕੁਝ ਵੀ ਇਹਦੇ ਵਿੱਚ, ਤੁਸੀਂ ਆਪ ਹੀ ਰਿਸਰਚ ਕਰੋ ਵੀ ਹੋ ਕੀ ਰਿਹਾ ਉੱਥੇ ਗਰਾਊਂਡ ਦੇ ਉੱਤੇ, ਤੇ ਉਹਦੀ ਸਮਝਣ ਦੀ ਕੋਸ਼ਿਸ਼ ਕਰੋ, ਤੇ ਜਿਹੜਾ ਤੁਹਾਡਾ ਜ਼ਮੀਰ ਕਹਿੰਦਾ ਹੈਗਾ, ਜਿਵੇਂ ਤੁਹਾਨੂੰ ਕਹਿੰਦਾ ਹੈਗਾ, ਉਹ ਆਵਾਜ਼ ਨੂੰ ਸੁਣੋ ਤੇ ਉਹਦੇ ਉੱਤੇ ਡਿਸਕਸ਼ਨ ਕਰੋ, ਸਾਰੇ ਆਪਦੀਆਂ ਆਵਾਜ਼ਾਂ ਦੇ ਉੱਤੇ ਡਿਸਕਸ਼ਨ ਕਰੋ, ਕਿਸੇ ਨੂੰ ਕੁਝ ਵਧੀਆ ਲੱਗਦਾ, ਕਿਸੇ ਨੂੰ ਕੁਝ। ਸੋ ਇਹ ਡਿਸਕਸ਼ਨ ਪੂਰੇ ਹਰੇਕ ਜਗ੍ਹਾ ਇਨੀਸ਼ੀਏਟ ਹੋਣੀ ਚਾਹੀਦੀ ਹੈ, ਹਰੇਕ ਗਲਿਆਰਿਆਂ ਦੇ ਵਿੱਚ। ਤੇ ਮੈਸੇਜ ਦੇਣ ਦੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ, ਜਿਵੇਂ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਨੇ, ਸਾਰੇ ਵਧੀਆ ਨੇ, ਬਸ ਮੈਂ ਇਹ ਗੱਲ ਕਹਿਣਾ ਹੈਗਾ ਵੀ ਜਦੋਂ ਇਹ ਥਾਮਸ ਜੈਫਰਸਨ ਨੇ ਕਿਹਾ ਹੈਗਾ, ਉਹਨੇ ਦੋ ਗੱਲਾਂ ਕਹੀਆਂ ਨੇ। ਪਹਿਲੀ ਉਹਨੇ ਕਹੀ ਹੈਗੀ ਹੈ ਵੀ ਇਟ ਇਜ਼ ਵੀ ਡੈਮੋਕ੍ਰੇਸੀ ਦਾ ਫੇਲਿਅਰ ਹੋਊਗਾ ਜੇ ਵੈਲ ਇਨਫੋਰਮਡ ਸਿਟੀਜ਼ਨਸ ਨਹੀਂ ਹੋਣਗੇ। ਸੋ ਜਦੋਂ ਤੁਸੀਂ ਵੋਟ ਪਾਉਣੇ ਹੋ, ਸੋਚ ਸਮਝ ਕੇ ਵੋਟ ਪਾਓ। ਜੇ ਆਪਾਂ ਡੈਮੋਕ੍ਰੇਸੀ ਦੇ ਵਿੱਚ ਜੀ ਰਹੇ ਹਾਂ, 5000 ਦੇ ਵਿੱਚ ਸੌਦਾ ਕਰ ਰਹੇ ਹੋ ਤੁਸੀਂ MP ਦੇ ਵੋਟ ਦਾ, ਤੇ ਉਹ ਦੇਖੋ ਤੁਸੀਂ ਕਿਹਦਾ ਵੋਟ ਦਾ ਸੌਦਾ ਕਰ ਰਹੇ ਹੋ, ਉਹ ਸੋਚ ਸਮਝ ਕੇ ਪਾਓ। ਦੂਜਾ ਹੈਗਾ ਵੀ ਆਪਣਾ ਮੌਲਿਕ ਅਧਿਕਾਰ ਹੈ ਹਰੇਕ ਉਸ ਕਾਨੂੰਨ ਨੂੰ ਨਾ ਮੰਨਣਾ ਜਿਹੜਾ ਅਨਜਸਟ ਹੈ ਜੀ, ਜਿਹੜਾ ਨਜਾਇਜ਼ ਹੈਗਾ ਉਹਨੂੰ ਤਾਂ ਮੰਨਣਾ ਹੀ ਨਹੀਂ ਹੈਗਾ ਨਾ ਆਪਾਂ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਵੀ ਕਾਨੂੰਨ ਕੌਣ ਬਣਾਉਂਦਾ ਹੈਗਾ, ਉਹ ਲੋਕ ਬਣਾਉਂਦੇ ਨੇ ਜਿਨ੍ਹਾਂ ਤੁਸੀਂ ਵੋਟ ਪਾ ਕੇ ਭੇਜਿਆ ਉੱਥੇ, ਕਿ ਪਿੱਛੇ ਕੋਈ ਬੰਦਾ ਹੋਰ ਹੈਗਾ ਉਹਨਾਂ ਦੇ। ਸੋ ਸੋਚੋ ਸਮਝੋ, ਕੁਐਸਚਨ ਕਰੋ ਹਰੇਕ ਇੱਥੇ ਆਪਾਂ ਜਮਹੂਰੀਅਤ ਦੇ ਵਿੱਚ ਰਹਿ ਰਹੇ ਹਾਂ, ਸੋ ਆਜ਼ਾਦੀ ਦਾ ਮਤਲਬ ਜਿਹੜਾ ਹੈਗਾ ਉਹ ਅੱਗੇ ਪ੍ਰਮੋਟ ਕਰੋ। ਪ੍ਰੈਂਬਲ ਮੈਂ ਕਹਿੰਦਾ ਘੱਟ ਤੋਂ ਘੱਟ ਸਾਰੇ ਇੰਡੀਅਨ ਆਪਦੀ ਜੇਬ 'ਚ ਰੱਖਣ, ਵਾਲਪੇਪਰ ਬਣਾ ਲੈਣ ਫੋਨ ਦੇ ਉੱਤੇ, ਇੱਕ ਵਾਰੀ ਪੜ੍ਹ ਜੇ ਲੈਣ ਬਸ, ਤੇ ਉਹੀ ਆਪਦੇ ਮੰਤਰੀਆਂ ਨੂੰ ਪੁੱਛਣ ਫੋਨ ਕਰਕੇ ਜਦੋਂ ਵੀ ਹੈਗਾ। ਘੱਟ ਤੋਂ ਘੱਟ ਇੱਕ ਵੀਕਲੀ ਰਿਮਾਈਂਡਰ ਕਾਲ ਇੱਕ ਮੰਤਰੀ ਨੂੰ ਹੋਣੀ ਚਾਹੀਦੀ ਹੈ ਹਰੇਕ ਹਫ਼ਤੇ, ਵੀ ਤੁਸੀਂ ਅੱਜ ਇਸ ਹਫ਼ਤੇ ਪ੍ਰੈਂਬਲ ਪੜ੍ਹਿਆ ਸੀ, ਜਾਂ ਤਾਂ ਹਰ ਰੋਜ਼ ਪੜ੍ਹਨਾ ਚਾਹੀਦਾ ਵੈਸੇ ਉਹਨਾਂ ਨੂੰ, ਕੱਲਾ ਪ੍ਰੈਂਬਲ ਜਾਂ ਪੜ੍ਹ ਲਿਆ ਕਰਨ, ਉਹਨਾਂ ਨੂੰ ਪਤਾ ਲੱਗ ਜੇ ਸਹੁੰ ਕਿਹੜੇ ਸੰਵਿਧਾਨ ਦੀ ਖਾਧੀ ਹੈ। ਮਤਲਬ ਜਿਵੇਂ ਆਪਾਂ ਕਹਿੰਦੇ ਨਾ ਵੀ ਆਪਾਂ ਪਹਿਲੀ ਪੌੜੀ ਦਾ ਪਾਠ ਕਰ ਲਿਓ ਜੀ। ਸੋ ਜੇ ਕੁਝ ਨਹੀਂ ਹੁੰਦਾ ਤਾਂ ਕਹਿੰਦੇ ਵੀ ਚਲੋ ਵਾਹਿਗੁਰੂ ਵਾਹਿਗੁਰੂ ਕਰ ਲਓ, ਤਾਂ ਉਹ ਪਹਿਲੀ ਪੌੜੀ ਦਾ ਪਾਠ ਜ਼ਰੂਰ ਕਰ ਲਿਆ ਕਰਨ ਜਦੋਂ ਕਾਨੂੰਨ ਬਣਾਉਣ ਆਪਣੇ ਇੰਡੀਆ ਦੇ ਸਭ ਤੋਂ ਵੱਡੇ ਮੰਦਿਰ ਜਦੋਂ ਜਾਣ ਨਾ ਪਾਰਲੀਮੈਂਟ ਦੇ ਵਿੱਚ, ਉੱਥੇ ਜਾਣ ਤੋਂ ਪਹਿਲਾਂ ਇੱਕ ਵਾਰੀ ਪ੍ਰੈਂਬਲ ਦਾ ਪਹਿਲੀ ਪੌੜੀ ਪੜ੍ਹ ਕੇ ਜਾਇਆ ਕਰਨ ਜੀ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਆਪਣਾ ਜਿਹੜਾ ਤੁਸੀਂ ਜਿਵੇਂ ਗਏ ਹੋ ਪਿੱਛੇ ਤੇ ਇਸ ਸਾਰੇ ਸੰਘਰਸ਼ ਦੇ ਨਾਲ ਜੁੜੇ ਹੋ, ਆਪਣਾ ਯੋਗਦਾਨ ਵੀ ਪਾਇਆ ਜਿਸ ਹਿਸਾਬ ਨਾਲ ਵੀ ਤੁਸੀਂ ਪਾ ਸਕਦੇ ਸੀ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤਾ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅੱਜ ਦੀ ਜਿਹੜੀ ਸਾਡੀ ਇਹ ਡਿਸਕਸ਼ਨ ਸੀ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇੱਦਾਂ ਦੀਆਂ ਹੀ ਹੋਰ ਡਿਸਕਸ਼ਨਸ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।